ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਇੱਕ ਹੋਰ ਪੰਜਾਬੀ ਟਰੱਕਿੰਗ 360 ਦਾ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ। ਔਰ ਇਸ ਐਪੀਸੋਡ ਦੇ ਵਿੱਚ ਜਿੱਦਾਂ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਵਾਅਦਾ ਕੀਤਾ ਸੀਗਾ ਕਿ ਇੰਡਸਟਰੀ ਦੇ ਹਰ ਇੱਕ ਜਿਹੜਾ ਹਿੱਸਾ ਹੈਗਾ ਉਹਦੇ ਬਾਰੇ ਦੇ ਵਿੱਚ ਆਪਾਂ ਗੱਲਬਾਤ ਕਰਿਆ ਕਰਾਂਗੇ। ਤੇ ਅੱਜ ਇਸ ਜਿਹੜਾ ਐਪੀਸੋਡ ਹੈਗਾ ਇਹ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਹੜੀ ਟਰੱਕ ਇੰਸ਼ੋਰੈਂਸ ਦੀ। ਸੋ ਟਰੱਕ ਇੰਸ਼ੋਰੈਂਸ ਜਿਹੜੇ ਇੱਕ ਬਹੁਤ ਹੀ ਵਾਈਟਲ ਪਾਰਟ ਹੈਗਾ ਸਾਡੀ ਟਰੱਕਿੰਗ ਇੰਡਸਟਰੀ ਦਾ, ਔਰ ਇਹਨੂੰ ਜਾਣਨਾ ਇੰਨਾ ਹੀ ਜ਼ਰੂਰੀ ਹੈਗਾ ਜਿੰਨਾ ਕਿ ਪੂਰੀ ਆਪਣੇ ਟਰੱਕਿੰਗ ਬਿਜ਼ਨਸ ਨੂੰ ਜਦੋਂ ਚਲਾਉਣਾ ਹੈਗਾ। ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਿੱਸਾ ਇਹਨੂੰ ਜਾਣਨ ਲਈ ਅੱਜ ਆਪਣੇ ਨਾਲ ਆਪਣੇ ਸਟੂਡੀਓ ਦੇ ਵਿੱਚ ਜਗਦੀਪ ਸਿੰਘ JS ਇੰਸ਼ੋਰੈਂਸ ਤੋਂ ਹਾਜ਼ਰ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਰਮਨ ਭਾਜੀ। ਜੀ ਆਇਆਂ ਨੂੰ ਜੀ ਤਾਂ ਸਾਡੇ ਸਟੂਡੀਓ ਦੇ ਵਿੱਚ। ਤੇ ਜਿੱਦਾਂ ਕਿ ਪਹਿਲਾਂ ਮੈਂ ਪੁੱਛਦਾ ਹੁੰਦਾ ਕਿ ਜ਼ਰੂਰ ਆਪਣਾ ਥੋੜ੍ਹਾ ਜਿਹਾ ਬੈਕਗਰਾਊਂਡ ਜਿਹੜਾ ਉਹ ਜ਼ਰੂਰ ਦੇ ਦਿਓ। ਸ਼ੋਰ ਰਮਨ ਭਾਜੀ, ਮੇਰਾ ਨਾਮ ਜਗਦੀਪ ਆ। ਮੈਂ ਜਗਦੀਪ ਸਿੰਘ ਇੰਸ਼ੋਰੈਂਸ ਏਜੰਸੀ ਫਰੈਜ਼ਨੋ ਤੋਂ ਹਾਂ। ਵੀ ਬੀਨ ਸਰਵਿੰਗ ਟਰੱਕ ਇੰਸ਼ੋਰੈਂਸ ਨੀਡਸ ਆਫ ਦਾ ਟਰੱਕਰਸ ਇਨ ਕੈਲੀਫੋਰਨੀਆ ਮਤਲਬ ਪਿਛਲੇ 17-18 ਸਾਲਾਂ ਤੋਂ। 2004 ਦੇ ਵਿੱਚ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਜੀ। ਅਤੇ ਹੁਣ ਸਾਡੀ ਏਜੰਸੀ ਫੁੱਲ ਫਲੈਜ ਏਜੰਸੀ ਆ। ਇੱਥੇ ਅਸੀਂ ਟਰੱਕ ਇੰਸ਼ੋਰੈਂਸ ਦੀਆਂ ਸੇਵਾਵਾਂ ਨਾਲ ਦੀ ਨਾਲ ਬੈਨੀਫਿਟਸ, ਗਰੁੱਪ ਹੈਲਥ, 401k ਜਿੰਨੀਆਂ ਵੀ ਮਤਲਬ ਚੀਜ਼ਾਂ ਟਰੱਕਿੰਗ ਨਾਲ ਰਿਲੇਟਡ ਨੇ ਉਹ ਸਾਰੀਆਂ ਅਸੀਂ ਪ੍ਰੋਵਾਈਡ ਕਰਦੇ ਹਾਂ। ਸਾਡਾ 50+ ਸਟਾਫ ਮਤਲਬ ਹਮੇਸ਼ਾ ਸਾਰੇ ਟਰੱਕਰ ਭਰਾਵਾਂ ਦੀ ਹੈਲਪ ਲਈ ਤਿਆਰ ਰਹਿੰਦਾ ਜੀ। ਬਿਲਕੁਲ, ਮੈਂ ਵੀ ਕਾਫੀ ਵਾਰੀ ਤੁਹਾਡੇ ਆਫਿਸ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਅਤੇ ਉੱਥੇ ਮਿਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਦਾ। ਸਾਰੇ ਜਿਹੜੇ ਤੁਹਾਡੇ ਸਟਾਫ ਮੈਂਬਰ ਹੈਗੇ ਕਾਫੀ ਜਿਹੜੇ ਖਾਸ ਕਰਕੇ ਟਰੱਕ ਇੰਸ਼ੋਰੈਂਸ ਦੇ ਡਿਪਾਰਟਮੈਂਟ ਦੇ ਵਿੱਚ ਹੈਗੇ ਆ, ਕਾਫੀ ਉਹ ਜਾਣਕਾਰੀ ਭਰਪੂਰ ਉਹਨਾਂ ਦੇ ਕੋਲ ਜਿਹੜਾ ਹੁੰਦਾ ਆ ਸਮਾਨ ਜਿਹੜੀ ਉਹ ਗੱਲ ਕਰਦੇ ਆ ਪੂਰੀ ਟਿਕਾ ਕੇ ਹੁੰਦੀ ਆ। ਸੋ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਕਿ ਟਰੱਕ ਇੰਸ਼ੋਰੈਂਸ ਅੱਜ ਆਪਣੀ ਇੰਡਸਟਰੀ ਦੇ ਵਿੱਚ ਜਿਹੜੀ ਟਰੱਕ ਇੰਸ਼ੋਰੈਂਸ ਹੈਗੀ ਆ ਉਹ ਇੱਕ ਕਹਿ ਲਓ ਜੀ ਇੱਕ ਬਹੁਤ ਭਖਦਾ ਮਸਲਾ ਬਣ ਚੱਲਿਆ ਆ। ਉਹ ਬਣਿਆ ਹੋਇਆ ਕਾਫੀ ਦੇਰ ਦਾ, ਪਰ ਇਸ ਵੇਲੇ ਹੁਣ ਕੀ ਸਿਚੁਏਸ਼ਨ ਹੈਗੀ ਆ ਜਿਹੜੀ ਟਰੱਕ ਇੰਸ਼ੋਰੈਂਸ ਦੀ ਹੈਗੀ ਆ, ਜੇ ਆਪਾਂ ਰੇਟਸ ਕਹਿ ਲਈਏ ਜਾਂ ਕਵਰੇਜ ਕਹਿ ਲਈਏ ਜਾਂ ਅਵੇਲੇਬਿਲਿਟੀ ਕਹਿ ਲਈਏ, ਕੀ ਅੱਜ ਦੀ ਸਿਚੁਏਸ਼ਨ ਹੈਗੀ ਆ? ਬਿਲਕੁਲ ਰਮਨ ਭਾਜੀ, ਪਿਛਲੇ ਨਾ 7-8 ਸਾਲ ਤੋਂ ਜਿਹੜੀ ਟਰੱਕ ਇੰਸ਼ੋਰੈਂਸ ਆ ਉਹ ਲਗਾਤਾਰ ਆਪਣੇ ਕਲਾਈਂਬ ਹੋ ਰਹੇ ਨੇ ਰੇਟ। ਹਰ ਸਾਲ ਡਬਲ ਡਿਜਿਟ ਮਤਲਬ ਰੇਟ ਇਨਕਰੀਜ਼ ਹੋ ਰਹੇ ਨੇ। 10 ਤੋਂ 15% ਹਰ ਸਾਲ ਹੀ ਤਕਰੀਬਨ ਜਿਹੜਾ ਕੋਈ ਕਲੀਨ ਅਕਾਊਂਟ ਆ ਉਹਦਾ ਵੀ ਰੇਟ ਵੱਧ ਰਿਹਾ ਵਾ ਜੀ। ਅਤੇ ਇਹਦੇ ਰੀਜ਼ਨ ਜਾਣਨ ਲਈ ਮਤਲਬ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਸਤਾਰ ਨਾਲ ਵੀ ਚੱਲਾਂਗੇ ਵੀ ਕੀ ਮੇਨ ਕਾਰਨ ਨੇ ਜੀ। ਬਟ ਫਿਲਹਾਲ ਦੀ ਘੜੀ ਮੈਂ ਤੁਹਾਨੂੰ ਜਨਰਲ ਓਵਰਵਿਊ ਜਾਣ ਦੀ ਵੀ ਕਿਸੇ ਵੀ ਪਾਸਿਓਂ ਜਾਣ ਦੀ ਟਰੱਕ ਇੰਸ਼ੋਰੈਂਸ ਦੇ ਰੇਟ ਹਲੇ ਨੀਅਰ ਫਿਊਚਰ ਦੇ ਵਿੱਚ ਘੱਟਦੇ ਦਿਖਾਈ ਨਹੀਂ ਦੇ ਰਹੇ। ਬਿਲਕੁਲ ਸਹੀ ਗੱਲ ਆ ਜੀ। ਜਿਹੜੇ ਰੇਟਸ ਹੈਗੇ ਆ, ਜਿਸ ਤਰ੍ਹਾਂ ਕਿ ਇਹਦੇ ਵਿੱਚ ਰੀਜ਼ਨਸ ਜਿਹੜੇ ਆ, ਜੇ ਆਪਾਂ ਜਗਦੀਪ ਜੀ ਰੀਜ਼ਨਸ ਆਪਾਂ ਲਈਏ ਅਤੇ ਰੀਜ਼ਨਸ ਦੇ ਉੱਤੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਇੱਕ ਖਾਸ ਜਿਹੜੀ ਹੈਗੀ ਆ ਕਿ ਯੰਗਸਟਰ ਜਿਹੜਾ ਨਵਾਂ ਡਰਾਈਵਰ ਹੈਗਾ ਉਹ, ਅਤੇ ਜਿਹੜੀਆਂ ਕੰਪਨੀਆਂ ਦੀ ਪਿਛਲੇ ਜਿਹੜੇ ਲਾਸ ਰਨਸ ਹੈਗੇ ਬਹੁਤ ਜ਼ਿਆਦਾ ਹੈਗੇ ਆ। ਸੋ ਕੀ ਇਹੋ ਇੱਕ ਮੇਨ ਰੀਜ਼ਨ ਹੈਗੇ ਜਾਂ ਹੋਰ ਵੀ ਕੋਈ ਤੁਹਾਡੇ ਖਿਆਲ ਦੇ ਵਿੱਚ ਹੈਗਾ? ਇਹ ਜੀ ਸਭ ਤੋਂ ਵੱਡਾ ਰੀਜ਼ਨ ਆ ਰਮਨ ਭਾਜੀ। ਆਪਣੇ ਡਰਾਈਵਰਾਂ ਦਾ ਜਿਹੜਾ ਹੈਗਾ, ਨਵੇਂ ਡਰਾਈਵਰ ਅਤੇ ਅਨਟ੍ਰੇਨਡ ਡਰਾਈਵਰ। ਅੱਜ ਤੋਂ ਨਾ ਜੇ ਆਪਾਂ 15-20 ਸਾਲ ਪਿੱਛੇ ਜਾ ਕੇ ਦੇਖੀਏ, ਈਵਨ 10 ਸਾਲ ਹੀ ਪਿੱਛੇ ਜਾ ਕੇ ਦੇਖ ਲਓ, ਮੈਨੂਅਲ ਟਰੱਕ ਹੁੰਦੇ ਸੀ ਜੀ। ਹਰ ਨਵੇਂ ਡਰਾਈਵਰ ਨੇ 6 ਮਹੀਨੇ ਤੋਂ ਸਾਲ ਤੱਕ ਉਹਦੇ ਨਾਲ ਕੋ ਡਰਾਈਵਰ ਹੁੰਦਾ ਜਿਹੜਾ ਕਿ ਇੱਕ ਮੈਂਟਰ ਦੇ ਤੌਰ 'ਤੇ ਕੰਮ ਕਰਦਾ ਸੀ ਜੀ। ਠੀਕ ਹੈ ਜੀ। ਅਤੇ ਟਰੱਕ ਚਲਾਉਣ ਦੀ ਟ੍ਰੇਨਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਸੀ ਸਾਰਿਆਂ ਨੂੰ। ਠੀਕ ਹੈ ਜੀ। ਅਤੇ ਬਟ ਹੁਣ ਪਿਛਲੇ 5-6 ਸਾਲਾਂ ਤੋਂ ਕੀ ਹੋ ਰਿਹਾ ਬਈ ਆਟੋਮੈਟਿਕ ਟਰੱਕ ਆਉਣ ਦੀ ਵਜ੍ਹਾ ਨਾਲ ਜੀ ਜਿਹੜਾ ਨਵਾਂ ਡਰਾਈਵਰ ਆ ਟਰੱਕ ਸਕੂਲ ਦੇ ਵਿੱਚੋਂ ਨਿਕਲਣ ਸਾਰ ਹੀ ਉਹ ਸੋਲੋ ਚਲਾਉਣ ਲੱਗ ਜਾਂਦਾ 1-2 ਗੇੜਿਆਂ ਤੋਂ ਬਾਅਦ ਹੀ। ਇਹ ਬੜੀ ਇੱਕ ਟ੍ਰੈਜਡੀ ਵੀ ਕਹਿ ਲਓ, ਅਤੇ ਜਿਹੜੀ ਇੱਕ ਕਹਿ ਲਓ ਵੀ ਇੱਕ ਬਹੁਤ ਤਰਾਸਦੀ ਹੈਗੀ ਆ ਇਸ ਵੇਲੇ ਕਿ ਜਿਹੜਾ ਇੱਕ ਐਡਾ ਵੱਡਾ ਇਕੁਇਪਮੈਂਟ ਆਪਰੇਟ ਕਰਦਾ ਹੈਗਾ ਉਹ ਇਨਸਾਨ, ਉਹਦੀ ਟ੍ਰੇਨਿੰਗ ਜਿਹੜੀ ਆ ਉਹ ਇੰਨੀ ਮਿਨੀਮਲ ਕਰ ਦਿੱਤੀ ਗਈ ਆ, ਮਿਨੀਮਲ ਹੋ ਗਈ ਆ।
ਕੀਤੀ ਤਾਂ ਨਹੀਂ ਗਈ ਗਵਰਨਮੈਂਟ ਵੱਲੋਂ, ਤਾਂ ਪੂਰੀ ਟ੍ਰੇਨਿੰਗ ਜਿਹੜੀ ਆ ਉਹਦੀ ਮੰਗ ਕੀਤੀ ਜਾਂਦੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹਦੇ ਉੱਤੇ ਕਾਫੀ ਧਿਆਨ ਦਿੱਤਾ ਜਾ ਰਿਹਾ। ਹੁਣ ਜਿਹੜੀ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਹੈਗੀ ਆ ਉਹਦਾ ਲਾਅ ਵੀ ਬਣਿਆ ਹੈਗਾ, ਔਰ ਅੱਗੇ ਤੋਂ ਅੱਗੇ ਜਿਹੜੀਆਂ ਸਰਵਿਸ ਪ੍ਰੋਵਾਈਡਰ ਹੈਗੇ, ਜਿਹੜੇ ਟ੍ਰੇਨਰ ਹੈਗੇ ਆ, ਜਿਹੜੇ ਸਕੂਲ ਹੈਗੇ, ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਉਹ ਛੇਤੀ ਕੱਸਿਆ ਜਾਣ ਵਾਲਾ ਆ। ਪਰ ਫਿਰ ਵੀ ਜਿਹੜੀ ਇੱਕ ਕਾਮਨ ਸੈਂਸ ਹੈਗੀ ਆ ਉਸ ਨਾਂ ਦੀ ਵੀ ਕੋਈ ਚੀਜ਼ ਮੇਰੇ ਖਿਆਲ ਰਹਿ ਨਹੀਂ ਗਈ। ਔਰ ਜਿੱਦਾਂ ਜਿਹੜੀ ਸਪੀਡ ਦੇ ਨਾਲ ਡੈਫੀਨੇਟਲੀ ਟਰੱਕ ਡਰਾਈਵਰਸ ਦੀ ਸ਼ਾਰਟੇਜ ਹੈਗੀ ਆ, ਪਰ ਜੇ ਕਿਸੇ ਚੀਜ਼ ਦੀ ਸ਼ਾਰਟੇਜ ਹੈਗੀ ਆ ਤਾਂ ਉਹਦੇ ਲਈ ਇਹ ਤਾਂ ਨਹੀਂ ਵੀ ਕੱਚਾ ਪੱਕਾ ਮਾਲ ਹੀ ਬਣਾ ਕੇ ਦੇ ਦਿਓ। ਇਹੀ ਨਾ ਭਾਜੀ ਸਭ ਤੋਂ ਵੱਡਾ ਕਾਰਨ ਬਣਿਆ ਇੰਡਸਟਰੀ ਦੇ ਵਿੱਚ ਨਾ, ਵੀ ਜਿਹੜਾ ਨਵਾਂ ਡਰਾਈਵਰ ਆ ਉਹਨੂੰ ਨਾ ਟਰੱਕ ਕੰਟਰੋਲ ਨਹੀਂ ਕਰਨਾ ਆਉਂਦਾ। ਜਦੋਂ ਵੀ ਕੋਈ ਸਿਚੁਏਸ਼ਨ ਆਉਂਦੀ ਹੈ ਇੱਦਾਂ ਦੀ, ਜਿਵੇਂ ਮੂਹਰੇ ਟ੍ਰੈਫਿਕ ਲੱਗ ਗਿਆ ਜਾਂ ਵੈਦਰ ਬੈਡ ਹੋ ਗਿਆ ਜੀ, ਜਾਂ ਮਤਲਬ ਇੱਕਦਮ ਡਾਊਨ ਹਿੱਲ ਆ ਜਾਂਦੀ ਹੈ ਜਾਂ ਕੁਛ ਵੀ, ਕਿਉਂਕਿ ਐਕਸਪੀਰੀਅੰਸ ਤਾਂ ਹੈ ਨਹੀਂਗਾ, ਠੀਕ ਹੈ ਜੀ। ਉਹ ਉਹਨੂੰ ਕਾਰ ਦੀ ਤਰ੍ਹਾਂ ਆਪਰੇਟ ਕਰ ਦਿੰਦੇ ਆ, ਅਤੇ ਉਹ ਆਮ ਤੌਰ 'ਤੇ ਸਭ ਤੋਂ ਜ਼ਿਆਦਾ ਓਵਰਟਰਨ ਆ ਜਿਹੜੀ ਟਰੱਕ ਓਵਰਟਰਨ ਹੁੰਦਾ ਜਾਂ ਫਲਿੱਪ ਹੁੰਦਾ ਵਾ, ਉਹ ਪਹਿਲੇ 6 ਮਹੀਨੇ ਦੇ ਵਿੱਚ ਹੀ ਡਰਾਈਵਰ ਕਰਦੇ ਨੇ, ਨਵੇਂ ਡਰਾਈਵਰ, ਯੰਗ ਡਰਾਈਵਰ। ਅਤੇ ਮੈਂ ਉਹਨਾਂ ਦੇ ਕੋਈ ਅਗੇਂਸਟ ਨਹੀਂ ਹੈ ਇਹ 'ਚ ਜਾਣ ਦੀ, ਮਤਲਬ ਵੀ ਉਹਨਾਂ ਦਾ ਵੀ ਕਸੂਰ ਨਹੀਂ ਕੋਈ, ਹੈ ਨਾ, ਵੀ ਦੇ ਜਸਟ ਨਾਟ, ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਹੋ ਨਹੀਂ ਰਹੀ ਜਾਂ ਉਹ ਖੁਦ ਨਹੀਂ ਲੈ ਰਹੇ। ਮਤਲਬ ਇਹਦੇ 'ਚ ਪੂਰੀ ਇੰਡਸਟਰੀ ਕਹਿ ਲਓ ਵੀ ਆਪਣੀ ਜ਼ਿੰਮੇਵਾਰ ਆ, ਜਿਹੜੇ ਉਹਨਾਂ ਨੂੰ ਇੰਪਲੋਏ ਕਰਦੇ ਨੇ ਉਸ ਹਿਸਾਬ ਨਾਲ ਵੀ ਬਿਨਾਂ ਟ੍ਰੇਨਿੰਗ ਦੇ ਰੱਖ ਦੇ ਕੇ ਤੋਰ ਦੇਣਾ। ਬਿਲਕੁਲ ਜਗਦੀਪ, ਇੱਥੇ ਨਾ ਮੈਨੂੰ ਕਈ ਵਾਰੀ ਕੁਐਸਚਨ ਇਹ ਪੁੱਟ ਕੀਤਾ ਜਾਂਦਾ ਕਿ ਤੁਸੀਂ ਕਿਉਂ ਨਹੀਂ ਗੱਲ ਕਰਦੇ ਹੈਗੇ ਟਰੱਕ ਸਕੂਲ ਦੀ, ਕਿ ਟਰੱਕ ਸਕੂਲ ਇੱਦਾਂ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ, ਇੰਨਾ ਗਲਤ ਕੰਮ ਕਰਦੇ ਹੈਗੇ ਆ, ਤੁਸੀਂ ਕਿਉਂ ਨਹੀਂ ਉਹਨਾਂ ਦੇ ਬਾਰੇ 'ਚ ਗੱਲ ਕਰਦੇ। ਅਤੇ ਮੈਂ ਇਹ ਗੱਲ ਕਹਿਣਾ ਨਾ ਕਿ ਅਸੀਂ ਕਿਉਂ ਉੱਥੋਂ ਸਮਾਨ ਲੈਣ ਜਾਂਦੇ ਜਿੱਥੇ ਸਾਨੂੰ ਪਤਾ ਸਮਾਨ ਖਰਾਬ ਮਿਲਦਾ, ਠੀਕ ਹੈ ਨਾ। ਅਸੀਂ ਛੋਟਾ ਬੱਚਾ ਹੁੰਦਾ, ਉਹਨੇ ਫਸਟ ਦੇ ਵਿੱਚ ਜਾਣਾ ਜਾਂ ਕਿੰਡਰ ਗਾਰਡਨ 'ਚ ਜਾਣਾ, ਅਤੇ ਅਸੀਂ 35 ਏਰੀਏਜ਼ ਜਿਹੜੇ ਆ ਉਹ ਲੱਭਦੇ ਹਾਂ ਕਿ ਕਿੱਥੇ ਵਧੀਆ ਸਕੂਲ ਹੈਗਾ, ਕਿੱਥੇ ਸਾਡੇ ਬੱਚੇ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਵੇ, ਜਾਂ ਕਿੱਥੇ ਜਾ ਕੇ ਸਾਡਾ ਬੱਚਾ ਜਿਹੜਾ ਆ ਉਹ ਵਧੀਆ ਐਜੂਕੇਸ਼ਨ ਪ੍ਰੋਵਾਈਡ ਲੈ ਸਕਦਾ। ਅਤੇ ਜਦੋਂ ਟਰੱਕ ਸਕੂਲ ਦਾ ਮੌਕਾ ਆਉਂਦਾ ਅਤੇ ਉਦੋਂ ਅਸੀਂ ਜਾ ਕੇ ਕਹਿੰਦੇ ਵੀ ਕਿੱਥੇ ਕੁਇਕਲੀ ਲੈ ਸਕਦਾ, ਮਤਲਬ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਲਾਇਸੈਂਸ ਦੇ ਦਿਓ, ਇਹਨੂੰ ਜਲਦੀ ਤੋਂ ਜਲਦੀ ਜਿਹੜਾ ਸੜਕ 'ਤੇ ਚੜ੍ਹਾ ਦਿਓ। ਮਤਲਬ ਜਿਹੜੇ ਘਰਾਂ ਦੇ ਵਿੱਚ ਆਖਰਕਾਰ ਜਿਹੜੇ ਲਾਇਸੈਂਸ ਲੈਂਦੇ, ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਮਾਂ ਪਿਓ, ਭੈਣ ਭਾਈ, ਵਾਈਫ, ਕਈ ਜਣੇ ਹੈਗੇ ਆ, ਕਿ ਉਹਨਾਂ 'ਚ ਕੋਈ ਵੀ ਨਹੀਂ ਇਸ ਚੀਜ਼ ਨੂੰ ਰੋਕਦਾ। ਔਰ ਮੈਂ ਇਹ ਕਹਿੰਦਾ ਕਿ ਆਪਾਂ ਕਿੱਦਾਂ ਦੁਕਾਨ ਵਾਲੇ ਨੂੰ ਕਿੱਦਾਂ ਆਪਾਂ ਗਲਤ ਠਹਿਰਾ ਦਿਆਂਗੇ ਜਦੋਂ ਸਮਾਨ ਲੈਣ ਵਾਲਾ ਹੀ ਗਲਤ ਆ। 100% ਸਹੀ ਹੈ ਗੱਲ ਭਾਜੀ ਤੁਹਾਡੀ, ਹੈ ਨਾ। ਮਤਲਬ ਦੁਕਾਨ ਲੈਣ ਜਿਹੜੀ ਵੀ ਆਪਾਂ ਮਤਲਬ ਜਿਵੇਂ ਹੁਣ ਡਰਾਈਵਰ ਟ੍ਰੇਨਿੰਗ ਆ ਜਾਂ ਸਕੂਲ ਵੀ ਆ ਗਏ, ਜਿਵੇਂ ਉਹਨਾਂ ਦਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ 100% ਕਸੂਰ ਨਹੀਂ ਇਹਦੇ ਵਿੱਚ। ਉਹਨਾਂ ਦੀ ਡਿਊਟੀ ਹੁੰਦੀ ਆ ਵੀ ਇੱਕ ਕਲਾਸ ਇਹ ਲਾਇਸੈਂਸ ਲੈ ਕੇ ਦੇਣਾ, ਅਤੇ ਉਹ ਲੈ ਕੇ ਦੇ ਦਿੰਦੇ ਆ, ਹੈ ਨਾ। ਉਹ ਤੋਂ ਬਾਅਦ ਜਿਵੇਂ ਸਭ ਤੋਂ ਵੱਡੀ ਮੈਂ ਕਹੂੰਗਾ ਵੀ ਟਰੱਕਿੰਗ ਕੰਪਨੀਆਂ ਦੀ ਵੀ ਥੋੜ੍ਹੀ ਜ਼ਿੰਮੇਵਾਰੀ ਇਹ 'ਚ ਇਹ ਹੋਣੀ ਚਾਹੀਦੀ ਆ, ਉਹਨਾਂ ਸਾਰਿਆਂ ਨੂੰ ਨਾ ਇੱਕ ਮੈਂਟਰ ਪ੍ਰੋਗਰਾਮ ਜ਼ਰੂਰ ਰਨ ਕਰਨਾ ਚਾਹੀਦਾ, ਠੀਕ ਹੈ, ਤਾਂ ਕਿ ਵੀ ਡਰਾਈਵਰ ਆ ਸਭ ਤੋਂ ਪਹਿਲਾਂ ਤਾਂ ਉਹਦਾ ਟੈਸਟ ਲਿਆ ਜਾਵੇ ਵੀ ਉਹਨੇ ਸਿੱਖਿਆ ਕੀ ਆ, ਹੈ ਨਾ। ਰੋਡ ਟੈਸਟ ਜਿਹੜਾ ਕਿ ਆਮ ਤੌਰ 'ਤੇ ਹਰ ਇੱਕ ਕੰਪਨੀ ਦੇ ਵਿੱਚ ਨਦਾਰਦ ਹੁੰਦਾ, ਮਤਲਬ ਨਹੀਂ ਲਿਆ ਜਾਂਦਾ ਕਦੇ ਵੀ ਨਹੀਂ ਜੀ, ਕਦੇ। ਮੈਂ ਮਤਲਬ 50% ਤਾਂ ਮਤਲਬ ਆਫਿਸ 'ਚੋਂ ਬਾਹਰ ਨਿਕਲ ਕੇ ਵੀ ਨਹੀਂ ਦੇਖਦੇ ਬੰਦੇ ਵੀ ਕਿਵੇਂ ਉਹਨੇ ਟਰੱਕ ਤੋਰਿਆ ਜਾਂ ਕਿੱਦਾਂ। ਵਾਹ ਜੀ ਵਾਹ। ਹਾਂਜੀ, ਅਤੇ ਮਤਲਬ ਜੇ ਉਹ ਪਹਿਲਾਂ ਤਾਂ ਉਹਦਾ ਰੋਡ ਟੈਸਟ ਹੋਵੇ, ਫਿਰ ਉਹਦੀ ਵੀਕਨੈਸ ਦੇਖੀ ਜਾਣ ਵੀ ਕੀ ਨੇ ਕੀ ਨਹੀਂ, ਅਤੇ ਫਿਰ ਉਸ ਹਿਸਾਬ ਨਾਲ ਉਹਨੂੰ ਇੱਕ ਮੈਂਟਰ ਅਸਾਈਨ ਕੀਤਾ ਜਾਵੇ ਵੀ ਤੂੰ 3 ਮਹੀਨੇ ਇਹਦੇ ਨਾਲ ਹੀ ਚਲਾਉਣਾ ਟਰੱਕ, ਹੈ ਨਾ, ਠੀਕ ਹੈ ਜੀ। ਅਤੇ ਇਹ ਥਰੂ ਆਊਟ ਦਾ ਇੰਡਸਟਰੀ ਹੋਵੇ, ਮਤਲਬ ਆਏ ਨਹੀਂ ਵੀ ਜੇ ਇੱਕ ਕੰਪਨੀ ਨੇ ਰਿਕੁਆਇਰ ਕਰਤਾ ਤਾਂ ਉਹ ਦੂਜੇ ਕੋਲੇ ਚਲਿਆ ਜਾਵੇ ਅਤੇ ਦੂਜਾ ਉਹਨੂੰ ਕਹੇ ਨਹੀਂ ਤੂੰ ਆ ਜਾ, ਮੈਂ ਤੈਨੂੰ ਫੁੱਲ ਪੈਸੇ ਦਿੰਦਾ ਅਤੇ ਕੋਈ ਗੱਲ ਹੀ ਨਹੀਂ, ਕੋਈ ਚੱਕਰ ਨਹੀਂ, ਹੈ ਨਾ। ਮਤਲਬ ਇਹ ਇੱਕ ਸਟੈਂਡਰਡ ਜਿਹਾ ਹੋਣਾ ਚਾਹੀਦਾ, ਜਾਂ ਇਹ ਮਤਲਬ ਹੁਣ ਪਤਾ ਨਹੀਂ ਕਿਵੇਂ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਨਾ। ਜਗਦੀਪ, ਮੇਰੇ ਖਿਆਲ ਇਹ ਸਟੈਂਡਰਡ ਹੈਗਾ, ਠੀਕ ਹੈ। ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਦੀਆਂ ਕੰਪਨੀਆਂ, ਸਟੈਂਡਰਡ ਤਾਂ ਹੈਗਾ। ਫਿਰ ਉਹ ਕੰਪਲੇਂਟ ਕਰਦੀਆਂ ਆਣ ਕੇ ਕਿ ਸਾਡੀ ਇੰਸ਼ੋਰੈਂਸ ਵੱਧ ਗਈ, ਕਿਉਂਕਿ ਆਬਵੀਅਸਲੀ ਜਦੋਂ ਤੁਹਾਡੇ ਉਸ ਇਹੋ ਜਿਹੇ ਡਰਾਈਵਰ ਨੇ ਤੁਹਾਡੇ ਨੁਕਸਾਨ ਕਰਨਾ, ਤੁਹਾਡਾ ਲਾਸ ਰਨ ਉੱਪਰ ਜਾਣਾ, ਅਤੇ ਆਬਵੀਅਸਲੀ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਉਹ ਇਫੈਕਟ ਕਰਨੀਆਂ ਤੁਹਾਡੀ ਇੰਸ਼ੋਰੈਂਸ ਨੂੰ। ਬਿਲਕੁਲ 100%। ਈਵਨ ਤੁਸੀਂ FMCSA ਦੀ ਵੈਬਸਾਈਟ 'ਤੇ ਵੀ ਚਲੇ ਜਾਂਦੇ ਹੋ ਨਾ, ਜਦੋਂ ਤੁਸੀਂ ਕੋਈ ਨਵਾਂ ਡਰਾਈਵਰ ਹਾਇਰ ਕਰਨਾ ਤਾਂ ਉੱਥੋਂ ਵੀ ਤੁਸੀਂ ਇੱਕ ਸੈਂਪਲ ਉਹਨਾਂ ਦਾ ਪ੍ਰੋਗਰਾਮ ਡਾਊਨਲੋਡ ਕਰ ਸਕਦੇ ਹੋ ਵੀ ਕਿਹੜੀਆਂ ਰਿਕੁਆਇਰਮੈਂਟਾਂ ਨੇ। ਮੈਂ ਪਿੱਛੇ ਜੇ ਦੇਖਦਾ ਸੀ ਐਪਲੀਕੇਸ਼ਨ ਹੀ, ਡਰਾਈਵਰ ਦੀ ਐਪਲੀਕੇਸ਼ਨ ਜਿਹੜੀ ਘੱਟੋ ਘੱਟ 20 ਪੇਜਾਂ ਦੀ ਹੈ, ਉਹਦੇ ਵਿੱਚ ਉਹਦੇ ਰੈਫਰੈਂਸ ਚੈੱਕ, ਮਤਲਬ ਡਰਗ ਟੈਸਟ, ਅਤੇ ਉਹਦੀ ਹਰ ਤਰ੍ਹਾਂ ਦੀ ਕੁਐਸਚਨ ਉਹਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਪੁੱਛੇ ਜਾਂਦੇ ਨੇ, ਜਿਹੜੀ ਕਿ ਸੈਂਪਲ ਐਪਲੀਕੇਸ਼ਨ FMCSA ਵੱਲੋਂ ਉਹਨਾਂ ਦੀ ਵੈਬਸਾਈਟ 'ਤੇ ਪ੍ਰੋਵਾਈਡ ਕੀਤੀ ਹੋਈ ਹੈ। ਸੋ ਬੇਸਿਕਲੀ ਚੀਜ਼ਾਂ ਤਾਂ ਸਾਰੀਆਂ ਹੈਗੀਆਂ, ਪਰ ਅਸੀਂ ਕਰਦੇ ਨਹੀਂ, ਹੈ ਨਾ। ਅਤੇ ਫਿਰ ਆਪਾਂ ਜਿਹੜੀ ਇੰਸ਼ੋਰੈਂਸ 'ਤੇ ਆ ਜਾਈਦਾ ਵੀ ਇੰਸ਼ੋਰੈਂਸ ਬਹੁਤ ਮਹਿੰਗੀ ਹੋਈ ਆ। ਹੋਰ ਤੁਹਾਡੇ ਖਿਆਲ ਦੇ ਵਿੱਚ ਜੇ ਆਪਾਂ ਥੋੜ੍ਹਾ ਜਿਹਾ 1-ਅੱਧੇ ਮਿੰਟ ਦੇ ਵਿੱਚ ਹੋਰ ਕਵਰ ਕਰੀਏ ਕਿ ਕੀ ਹੋਰ ਰੀਜ਼ਨ ਹੈਗੇ ਆ ਜਿਹਦੇ ਕਰਕੇ ਇੰਸ਼ੋਰੈਂਸ ਜਿਹੜੀ ਹੈ ਕਿ ਵੱਧਦੀ ਹੈਗੀ। ਸੈਕਿੰਡ ਰੀਜ਼ਨ ਅਮਨ ਭਾਜੀ ਨਾ, ਕੁਛ ਕੁ ਵੱਡੀਆਂ ਲਾ ਸੂਟਾਂ, ਜਿਵੇਂ ਅੱਜ ਕੱਲ੍ਹ ਨਾ ਕੀ ਹੋ ਗਿਆ, ਮੰਨ ਲਓ ਤੁਸੀਂ ਕਿਸੇ ਦੇ ਵਿੱਚ ਟਰੱਕ ਲੱਗ ਜਾਂਦਾ, ਹੈ ਨਾ, ਆਪਣਾ ਕਾਰ ਦੇ ਵਿੱਚ ਲੱਗ ਗਿਆ, ਅਤੇ ਕਾਰ ਦੇ ਵਿੱਚ ਨਾ ਬੈਠੇ ਪੈਸੰਜਰ ਆਮ ਤੌਰ 'ਤੇ ਚਾਹੇ ਕੋਈ ਇੰਜਰੀ ਹੋਈ ਹੈ ਚਾਹੇ ਨਹੀਂ ਜੀ, ਉਹਨਾਂ ਨੇ ਮਤਲਬ ਪੇਨ ਦੀ ਸ਼ਿਕਾਇਤ ਕਰ ਦੇਣੀ ਹੈ। ਇਹ ਸਭ ਤੋਂ ਵੱਡਾ ਮਸਲਾ। ਅਤੇ ਪੇਨ ਦਾ ਨਾ ਉਹਦੇ 'ਚ ਕੋਈ ਸੋਲਿਊਸ਼ਨ ਨਹੀਂ ਹੈ, ਕੋਈ ਮੈਜਰਮੈਂਟ ਨਹੀਂ, ਕੋਈ ਡਾਕਟਰ ਇਹਨੂੰ ਕਹਿ ਨਹੀਂ ਸਕਦਾ, ਡਾਕਟਰ ਕੋਲ ਜਾ ਕੇ ਤੁਸੀਂ ਕਹਿ ਦੇਣਾ ਮੇਰੇ ਪੇਨ ਹੁੰਦਾ,
ਨਾ ਡਾਕਟਰ ਉਹਦੀ ਕੋਈ ਦਵਾਈ ਦੇ ਸਕਦਾ ਤੁਹਾਨੂੰ, ਨਾ 100% ਮਤਲਬ ਠੀਕ ਤੁਹਾਨੂੰ ਡਿਕਲੇਅਰ ਨਹੀਂ ਕਰ ਸਕਦਾ। ਡਾਕਟਰ ਪੇਨ ਕਿਲਰ ਦੇ ਦੂਗਾ ਪਰ ਡਾਕਟਰ ਨੂੰ ਇਹ ਨਹੀਂ ਪਤਾ ਪੇਨ ਹੁੰਦੀ ਹੈ ਜਾਂ ਨਹੀਂ, ਹੈ ਨਾ। ਤੁਸੀਂ ਕਹੀ ਜਾਓਗੇ ਪੇਨ ਕਿਲਰ ਵੀ ਲਈ ਜਾਓਗੇ ਤੇ ਪੇਨ ਹੁੰਦੀ ਹੈ। ਹਾਂਜੀ, ਤੇ ਇੱਦਾਂ ਦੀਆਂ ਫਰੈਬਲਸ ਦੀਆਂ ਲਾਸੂਟਾਂ ਉਹ ਫਿਰ ਡਿਮਾਂਡ ਕਰ ਦਿੰਦੇ ਆ ਇੰਸ਼ੋਰੈਂਸ ਕੰਪਨੀ ਨੂੰ, ਹੈ ਨਾ, ਵੀ ਸਾਨੂੰ ਵੀ 5 ਲੱਖ ਦੇ ਦਿਓ, ਹੈ ਨਾ, ਠੀਕ ਹੈ, ਜਾਂ $1 ਮਿਲੀਅਨ ਦੇ ਦਿਓ, ਨਹੀਂ ਫਿਰ ਅਸੀਂ ਜਿਊਰੀ ਟਰਾਇਲ ਤੇ ਜਾਵਾਂਗੇ ਜਾਂ ਜਿੱਦਾਂ ਵੀ ਜਾਵਾਂਗੇ ਜੀ, ਠੀਕ ਹੈ ਜੀ। ਆਮ ਤੌਰ ਤੇ ਜੇ ਜਿਊਰੀ ਟਰਾਇਲ ਵਗੈਰਾ ਹੁੰਦਾ ਤਾਂ ਉਹਦੇ ਵਿੱਚ ਨਾ ਜਿਹੜਾ ਆਪਣਾ ਇੰਸ਼ੋਰਡ ਆ ਉਹ ਵੱਡੇ ਐਕਸਪੋਜ਼ਰ ਲਈ ਐਕਸਪੋਜ਼ ਹੋ ਜਾਂਦਾ ਜੀ, ਮਤਲਬ ਵੱਡੇ ਉਹਦੇ 'ਚ ਉਹਨੂੰ ਮੰਨ ਲਓ 4 ਮਿਲੀਅਨ 5 ਮਿਲੀਅਨ ਵੀ ਜਿੱਤ ਸਕਦੀ ਹੈ ਦੂਜੀ ਪਾਰਟੀ, ਹੈ ਨਾ। ਇਹ ਹਮੇਸ਼ਾ ਡਰ ਹੁੰਦਾ ਇੰਸ਼ੋਰੈਂਸ ਕੰਪਨੀ ਦੇ ਮਨ 'ਚ ਜੀ ਜੀ। ਤੇ ਉਸ ਚੀਜ਼ ਨੂੰ ਆਪਦੇ ਇੰਸ਼ੋਰਡ ਨੂੰ ਐਕਸਪੋਜ਼ ਨਾ ਕੀਤਾ ਜਾਵੇ, ਉਹਨਾਂ ਨੂੰ ਫਿਰ ਉਹ 80% ਆਫ ਦਾ ਟਾਈਮ ਉਹਦੀ ਡਿਮਾਂਡ ਮੰਨਣੀ ਪੈਂਦੀ ਹੈ। ਓਹ ਅੱਛਾ, ਠੀਕ ਹੈ ਜੀ। ਚਾਹੇ ਇੰਸ਼ੋਰੈਂਸ ਕੰਪਨੀ ਨੂੰ ਪਤਾ ਵੀ ਇਹਦੇ $50,000 ਤੋਂ ਵੱਧ ਨਹੀਂ, ਪਰ ਕਈ ਵਾਰੀ ਉਹਨਾਂ ਨੂੰ 2.5 ਲੱਖ 3 ਲੱਖ 5 ਲੱਖ ਉੱਦਾਂ ਹੀ ਦੇਣਾ ਪੈ ਜਾਂਦਾ ਵੀ ਤਾਂ ਕਿ ਆਪਣਾ ਇੰਸ਼ੋਰਡ ਆ ਜਿਹੜਾ ਉਹ ਪ੍ਰੋਟੈਕਟਿਵ ਰਹੇ, ਉਹਦੇ ਖਿਲਾਫ ਕੋਈ ਲਾ ਸੂਟ ਨਾ ਆਵੇ। ਜੀ ਬਿਲਕੁਲ ਜਗਦੀਪ, ਕਾਫੀ ਜਿਹੜੀਆਂ ਗੱਲਾਂ ਹੈਗੀਆਂ ਇਹ ਡਿਟੇਲ ਦੇ ਵਿੱਚ ਕਰਨ ਵਾਲੀਆਂ, ਤੇ ਜਿੱਦਾਂ ਕਿ ਜਗਦੀਪ ਉਹਨਾਂ ਨੇ ਕਿਹਾ ਕਿ ਜਿਹੜੀ ਇੱਦਾਂ ਦੇ ਅਨਵਾਂਟਡ ਲਾਸੂਟ ਹੈਗੇ ਆ ਉਹ ਬਹੁਤ ਜ਼ਿਆਦਾ ਫਰਕ ਪਾਉਂਦੇ ਹੈਗੇ ਆ। ਤੇ ਰੀਸੈਂਟਲੀ ਜਿਹੜਾ ਆਪਣੀ ਸਟੇਟ ਲੁਈਜ਼ੀਆਨਾ ਹੈਗੀ ਆ ਉਹਦੇ ਵਿੱਚ ਹੁਣ ਲਾਸਟ ਵੀਕ ਇੱਕ ਹੋਰ ਕਨਵਿਕਸ਼ਨ ਹੋਈ ਹੈਗੀ ਆ, ਜਿਹੜੇ ਕਿ ਸਟੇਜ ਐਕਸੀਡੈਂਟ ਹੁੰਦੇ ਆ ਕਿ ਜਿਨ੍ਹਾਂ ਨੂੰ ਸਟੇਜ ਕੀਤਾ ਜਾਂਦਾ ਟਰੱਕਿੰਗ ਕੰਪਨੀ ਦੇ ਨਾਲ, ਜਾਣ ਬੁੱਝ ਕੇ ਐਕਸੀਡੈਂਟ ਕੀਤਾ ਜਾਂਦਾ ਔਰ ਉਹਦੇ ਵਿੱਚ ਬਹੁਤ ਜਿਹੜੇ ਵੱਡੇ ਵੱਡੇ ਲਾਸੂਟ ਕੀਤੇ ਜਾਂਦੇ ਆ। ਸੋ ਇਹ ਜਿਹੜੇ ਲਾਸੂਟ ਹੈਗੇ ਆ ਇਹ ਜਿਹੜੇ ਐਕਸੀਡੈਂਟ ਹੈਗੇ ਆ ਸਟੇਜ ਵੀ ਕੀਤੇ ਜਾਂਦੇ ਆ, ਸੋ ਉਹਨਾਂ ਬਾਰੇ ਵੀ ਤੁਸੀਂ ਧਿਆਨ ਰੱਖਣਾ। ਤੇ ਜਗਦੀਪ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਮੁੜ ਕੇ ਆਉਂਦੇ ਹਾਂ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers' compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਤੇ ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ। ਜਦੋਂ ਕਿ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਜਗਦੀਪ ਸਿੰਘ ਹੁਣਾਂ ਨਾਲ ਤੇ ਜਗਦੀਪ ਹੁਣਾਂ ਦਾ ਜਿਹੜਾ ਨੰਬਰ ਆ ਕੰਟੈਕਟ ਇਨਫੋਰਮੇਸ਼ਨ ਹੈਗੀ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਥੱਲੇ ਮਿਲ ਜਾਏਗਾ, ਆਪਣੇ ਜਿਹੜਾ ਐਪੀਸੋਡ ਹੈਗਾ। ਤੇ ਆਪਾਂ ਨਾਲ ਦੇ ਨਾਲ ਜਿਹੜਾ ਆ ਉਹਨਾਂ ਨੂੰ ਵੀ ਕਵਾਂਗੇ ਪ੍ਰੋਗਰਾਮ ਦੇ ਐਂਡ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਨੰਬਰ ਆ ਔਰ ਆਪਣੀ ਕੰਟੈਕਟ ਇਨਫੋਰਮੇਸ਼ਨ ਜਿਹੜੀ ਆ ਉਹ ਦੇ ਕੇ ਜਾਣ। ਤੇ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਇੰਸ਼ੋਰੈਂਸ ਦੀ, ਤੇ ਇੰਸ਼ੋਰੈਂਸ ਵੱਧਦੀ ਆ ਕਿਸ ਕਰਕੇ ਵੱਧਦੀ ਆ। ਕਈ ਵਾਰੀ ਆਪਾਂ ਰੀਜ਼ਨ ਜਿਹੜੇ ਆ ਨਾ ਆਪਣੇ ਮਾਈਂਡ ਸੈੱਟ ਜਿਹੜਾ ਹੋਇਆ ਹੁੰਦਾ ਆਪਾਂ ਮਾਈਂਡ ਦੇ ਵਿੱਚ ਕਰ ਲੈਂਦੇ ਵੀ ਮੇਰਾ ਫਲਾਣਾ ਡਰਾਈਵਰ ਆ ਜਾਂ ਮੇਰੀ ਪਤਾ ਨਹੀਂ ਟਿਕਟਾਂ ਜ਼ਿਆਦੀਆਂ ਮਿਲ ਰਹੀਆਂ। ਔਰ ਕਈ ਵਾਰੀ ਕਿਉਂਕਿ ਅਗੇਨ ਟਰੱਕਿੰਗ ਇੱਕ ਐਸਾ ਕਿੱਤਾ ਹੈਗਾ ਜਿਹੜਾ ਕਿ ਇਨਸਾਨ ਨੂੰ ਬਹੁਤ ਬਿਜ਼ੀ ਰੱਖਦਾ ਹੈਗਾ। ਜੇ 5 ਤੋਂ 10 ਟਰੱਕ ਹੈਗੇ ਆ ਤਾਂ ਉਹ ਸਾਰਾ ਦਿਨ ਜਿਹੜਾ ਇੱਕ ਆਪਰੇਟਰ ਹੈਗਾ, ਜਿਹੜਾ ਓਨਰ ਹੈਗਾ, ਉਹਦੀ ਮੱਤ ਮਾਰੀ ਰਹਿੰਦੀ ਹੈ ਸਾਰਾ ਦਿਨ। ਸੋ ਇੱਕ ਨਿੱਕੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਨੂੰ ਧਿਆਨ 'ਚ ਰੱਖਣਾ ਕਈ ਵਾਰੀ ਨਹੀਂ ਮਤਲਬ ਕਿ ਬੰਦੇ ਕੋਲ ਕਰ ਹੁੰਦਾ। ਸੋ ਜੇ ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ ਤੇ ਜਗਦੀਪ ਭਾਜੀ ਜਿਹੜੀ ਇੰਸ਼ੋਰੈਂਸ ਆ ਟਰੱਕ ਇੰਸ਼ੋਰੈਂਸ ਆ, ਇਹਦੇ ਵਿੱਚ ਇੱਕ ਮੈਂ ਵਰਡ ਕਈ ਵਾਰੀ ਕਈ ਏਜੰਸੀਜ਼ ਕੋਲੋਂ ਕਈ ਕੰਪਨੀਜ਼ ਕੋਲੋਂ ਸੁਣਿਆ ਹੈਗਾ, ਕੈਬ ਰਿਪੋਰਟ। ਸੋ ਕੈਬ ਰਿਪੋਰਟ ਪਹਿਲਾਂ ਕੀ ਆ? ਕੈਬ ਰਿਪੋਰਟ ਇਹ ਜੀ ਕੁਛ ਸਾਫਟਵੇਅਰ ਕੰਪਨੀ ਨੇ ਰਲ ਕੇ ਨਾ ਇੱਕ ਡਾਟਾ ਬੇਸ ਤਿਆਰ ਕੀਤਾ ਵਾ ਟਰੱਕਿੰਗ ਕੰਪਨੀਆਂ ਦਾ। ਉਹਦੇ ਵਿੱਚ ਇਨਫੋਰਮੇਸ਼ਨ ਲੈਂਦੇ ਨੇ ਆਪਣੀ ਗਵਰਨਮੈਂਟ ਵੈਬਸਾਈਟ ਤੋਂ, FMCSA ਤੋਂ, ਤੇ ਉਹਨੂੰ ਨਾ ਸਿੰਪਲ ਵਰਡਸ ਦੇ ਵਿੱਚ ਪੁੱਟ ਟੁਗੇਦਰ ਕਰਦੇ ਨੇ। ਠੀਕ ਹੈ ਜੀ, ਤੁਹਾਡੀ ਉਹਦੇ ਵਿੱਚ ਪਿਛਲੀ 24 ਤੋਂ 36 ਮਹੀਨਿਆਂ ਦੀ ਹਿਸਟਰੀ ਹੈ ਜਿਹੜੀ ਉਹ ਕੰਪਨੀ ਦੀ ਹੈਲਥ ਬਾਰੇ ਐਨ ਡੀਟੇਲਡ ਰਿਪੋਰਟ ਤੁਹਾਡੀ, ਜਿਵੇਂ ਕਹਿ ਲਓ ਵੀ ਡਾਕਟਰ ਦੇ ਜਾਂਦੇ ਆਪਾਂ ਆਪਣੇ ਲੈਬ ਟੈਸਟ ਹੁੰਦੇ ਆ ਤੇ ਉਹਦੇ 'ਚ ਹਰ ਇੱਕ ਚੀਜ਼ ਜਾਂ ਜਿੱਦਾਂ ਇੱਕ ਇਨਸਾਨ ਦੀ ਕ੍ਰੈਡਿਟ ਰਿਪੋਰਟ ਆ ਉਹ ਵੀ ਇੱਕ ਸੇਮ ਚੀਜ਼ ਆ। ਇਟਸ ਸਿਮਿਲਰ ਟੂ ਦੈਟ। ਹਾਂਜੀ, ਤੁਹਾਡੀ ਕੰਪਨੀ ਦੀ ਹੈਲਥ, ਤੁਹਾਡੀ ਇਨਸਪੈਕਸ਼ਨਾਂ ਕਿੱਥੇ ਹੋਈਆਂ, ਤੁਸੀਂ ਤੁਹਾਡਾ ਰਾਊਟ ਕੀ ਆ ਮੇਨ, ਮਤਲਬ ਉਹਦੇ 'ਚ ਬਹੁਤ ਹੀ ਡੀਟੇਲਡ ਇਨਫੋਰਮੇਸ਼ਨ ਹੁੰਦਾ। ਮਤਲਬ ਕਿ ਬੇਸਿਕਲੀ ਕਹਿ ਲਓ ਜੀ ਜੇ ਕਹੀਏ ਤੇ ਕੰਪਨੀ ਦਾ ਸਕੈਲਟਨ ਕੱਢ ਕੇ ਅੱਗੇ ਰੱਖਿਆ ਹੁੰਦਾ ਵੀ ਇਹਦੇ ਅੰਦਰ ਕੀ ਆ। ਬਿਲਕੁਲ 100% ਸਹੀ ਹੈ ਜੀ। ਤੁਸੀਂ ਮਤਲਬ ਉੱਥੇ ਫਿਰ ਉਸ ਬੇਸ ਤੇ ਤੁਹਾਨੂੰ ਸਾਡੀ ਇੰਡਸਟਰੀ 'ਚ ਅੰਡਰ ਰਾਈਟਰ ਹੁੰਦਾ ਜੀ ਜਿਹੜਾ ਮਤਲਬ ਉਹਨੂੰ ਐਨਾਲਾਈਜ਼ ਕਰਦਾ ਵਾ ਤੇ
ਉਹ ਫਿਰ ਤੁਹਾਨੂੰ ਕੁਐਸਚਨ ਪੁੱਛਦਾ, ਰਿਪੋਰਟ ਉਹਦੇ ਸਾਹਮਣੇ ਪਈ ਹੁੰਦੀ ਹੈ ਨਾ, ਜੇ ਉੱਥੇ ਆਪਾਂ ਝੂਠ ਬੋਲਦੇ ਹਾਂ ਜਾਂ ਕੁਝ ਵੀ ਬੋਲਦੇ ਹਾਂ ਤਾਂ ਉਹ ਉੱਥੇ ਫੜ ਹੋ ਜਾਂਦਾ ਜਦ। ਸੋ ਹੁਣ ਮੈਨੂੰ ਇਹ ਸਮਝ ਆ ਗਈ ਵੀ ਕਈ ਵਾਰੀ ਆਪਾਂ ਜਦੋਂ ਇੰਸ਼ੋਰੈਂਸ ਏਜੰਟ ਜਾਂ ਕੰਪਨੀ ਦੇ ਕੋਲੋਂ ਕੋਈ ਚੀਜ਼ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨੂੰ ਕਿਉਂ ਚੀਜ਼ਾਂ ਪਤਾ ਹੁੰਦੀਆਂ, ਕਿਉਂਕਿ ਉਹਨੇ ਤਾਂ ਕੈਬ ਰਿਪੋਰਟ ਦੇਖੀ ਹੁੰਦੀ ਹੈ ਨਾ। ਬਿਲਕੁਲ 100% ਜੀ, ਉਹਨੂੰ ਇਹ ਵੀ ਪਤਾ ਹੁੰਦਾ ਤੁਹਾਡਾ ਟਰੱਕ ਕਿਹੜੀ ਕੰਪਨੀ ਤੋਂ ਆਇਆ, ਠੀਕ ਹੈ ਜੀ, ਪਹਿਲਾਂ ਕਿੱਥੇ ਚੱਲਿਆ ਸੀ ਜੇ ਬ੍ਰਾਂਡ ਨਿਊ ਟਰੱਕ ਨਹੀਂ ਹੈ ਜੀ, ਠੀਕ ਹੈ ਜੀ, ਪਹਿਲਾਂ ਤੁਸੀਂ ਕਿਹੜੇ ਐਡਰੈਸ ਯੂਜ਼ ਕੀਤੇ ਨੇ, ਕਿਹੜੀ ਕੰਪਨੀ ਨੇ ਤੁਹਾਡਾ ਫੋਨ ਨੰਬਰ ਯੂਜ਼ ਕੀਤਾ ਹੋਇਆ, ਈਵਨ ਫੈਕਸ ਨੰਬਰ ਤੱਕ ਵੀ ਜਾਣਦੀ ਉਹ ਕੰਪਨੀ ਨਾਲ ਰਿਲੇਸ਼ਨ ਆ ਜਿਹੜਾ ਹੋਰ ਕੰਪਨੀ ਨਾਲੋਂ ਕੱਢ ਕੇ ਮਤਲਬ ਰਿਪੋਰਟ ਦੇ ਵਿੱਚ ਐਡ ਕਰ ਦਿੰਦਾ। ਸੋ ਸੁਣਨ ਵਾਲਿਆਂ ਨੂੰ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿ ਦਿਆਂਗਾ ਕਿ ਜਦੋਂ ਤੁਸੀਂ ਇੰਸ਼ੋਰੈਂਸ ਕਰਵਾਉਣ ਜਾਂਦੇ ਆ ਆਪਣੇ ਏਜੰਟ ਦੇ ਨਾਲ, ਜਿੰਨਾ ਵੱਧ ਤੋਂ ਵੱਧ ਸੱਚਾਈ ਬਿਆਨ ਕਰ ਸਕੋਗੇ ਓਨਾ ਹੀ ਐਕੂਰੇਟ ਤੁਹਾਨੂੰ ਕੋਟ ਮਿਲੂਗਾ। ਸੱਚਾਈ ਬਿਆਨ ਕਰਨ ਦਾ ਮਤਲਬ ਇਹ ਹੈ ਕਿ ਜੋ ਤੁਹਾਡੀ ਕੰਪਨੀ ਹੈਗੀ ਆ ਸੋ ਹੈਗੀ ਆ। ਸੋ ਉਹਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਨਹੀਂ ਦੱਸੋਗੇ ਮੈਨੂੰ 4 ਟਿਕਟਾਂ ਮਿਲੀਆਂ, ਨਹੀਂ ਦੱਸੋਗੇ ਮੇਰਾ ਐਕਸੀਡੈਂਟ ਹੋਇਆ, ਇਹਦਾ ਮਤਲਬ ਇਹ ਨਹੀਂਗਾ ਕਿ ਉਹਨਾਂ ਨੂੰ ਤੁਹਾਡੇ ਉਸ ਐਕਸੀਡੈਂਟ ਦਾ ਜਾਂ ਟਿਕਟ ਦਾ ਪਤਾ ਨਹੀਂ ਲੱਗਣਾ। ਸੋ ਪਲੀਜ਼ ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਨੂੰ ਸੱਚਾਈ ਦੱਸ ਸਕਦੇ ਹੋ ਦੱਸੋ, ਤਾਂ ਕਿ ਜਿਹੜਾ ਤੁਹਾਡਾ ਕੋਟ ਹੈਗਾ ਉਹ ਬਿਲਕੁਲ ਉਸ ਸੱਚਾਈ 'ਤੇ ਆਵੇ। ਸੋ ਜਗਦੀਪ ਭਾਜੀ, ਇੱਥੋਂ ਇੱਕ ਜਿਹੜਾ ਕੁਐਸਚਨ ਪੈਦਾ ਹੁੰਦਾ ਉਹ ਇਹ ਹੁੰਦਾ ਕਿ ਜਿਹੜਾ ਇਹ ਕੈਬ ਰਿਪੋਰਟ ਹੈਗੀ ਆ, ਹੁਣ ਮੇਰੇ ਕਹਿਣ ਦਾ ਮਤਲਬ ਮੇਰੀ ਸੋਚ 'ਚ ਇਹ ਆ ਗਿਆ ਕਿ ਜੇ ਅੰਡਰ ਰਾਈਟਰ, ਇੰਸ਼ੋਰੈਂਸ ਕੰਪਨੀ, ਏਜੰਟ ਸਾਰੇ ਕੈਬ ਰਿਪੋਰਟ ਦੇਖ ਕੇ ਇੱਕ ਕੋਡ ਤਿਆਰ ਕਰਦੇ ਆ, ਕੀ ਇੱਕ ਟਰੱਕਿੰਗ ਕੰਪਨੀ ਇਹ ਕੈਬ ਰਿਪੋਰਟ ਦੇਖ ਕੇ ਆਪਣੀ ਪਰਫਾਰਮੈਂਸ ਠੀਕ ਕਰਕੇ ਆਪਣਾ ਜਿਹੜਾ ਰੇਟ ਥੱਲੇ ਲਿਆ ਸਕਦੀ ਹੈ? 100% ਰਮਨ ਭਾਜੀ, ਮਤਲਬ ਤੁਸੀਂ ਇੱਕ ਤਾਂ ਮੈਂ ਸਾਰੀਆਂ ਟਰੱਕਿੰਗ ਕੰਪਨੀਆਂ ਨੂੰ ਅਰਜ਼ ਕਰੂੰਗਾ ਵੀ ਇੱਕ ਤਾਂ FMCSA ਤੇ ਵੀ ਆਪਦਾ ਉਹ ਲੌਗਇਨ ਜ਼ਰੂਰ ਬਣਾਉਣ ਜੀ, ਉੱਥੋਂ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ। ਤੇ ਕੈਬ ਰਿਪੋਰਟ ਸਾਡੀ ਏਜੰਸੀ ਤੁਹਾਨੂੰ ਫ੍ਰੀ ਆਫ ਦਾ ਕਾਸਟ ਮੁਹੱਈਆ ਕਰਾਉਂਦੀ ਹੈ ਜੀ। ਮਤਲਬ ਜੇ ਤੁਸੀਂ ਕਿਸੇ ਵੀ ਟਾਈਮ ਤੇ ਤੁਹਾਨੂੰ ਆਪਦੀ ਕੰਪਨੀ ਦੀ ਕੈਬ ਰਿਪੋਰਟ ਤੁਸੀਂ ਚਾਹੁੰਦੇ ਹੋ ਤਾਂ ਉਹਦੀ ਕਾਪੀ ਅਸੀਂ ਤੁਹਾਨੂੰ ਈਮੇਲ ਕਰ ਸਕਦੇ ਹਾਂ। ਈਵਨ ਅਸੀਂ ਤੁਹਾਡੀ ਮੰਥਲੀ ਵੀ ਸੈਟਅਪ ਕਰ ਸਕਦੇ ਹਾਂ ਵੀ ਹਰ ਮਹੀਨੇ ਤੁਹਾਡੇ ਈਮੇਲ ਦੇ ਇਨਬਾਕਸ ਦੇ ਵਿੱਚ ਆ ਜਾਇਆ ਕਰੇਗੀ ਉਹ ਕੈਬ ਰਿਪੋਰਟ। ਸੋ ਮੇਰੇ ਖਿਆਲ ਤੇ ਇਹ ਤਾਂ ਬਹੁਤ ਵੱਡਾ ਟੂਲ ਹੈਗਾ ਕਿ ਜਿਹੜਾ ਇੱਕ ਟਰੱਕਿੰਗ ਕੰਪਨੀ ਜਿਹੜੀ ਆ ਉਹ ਆਪਣੇ ਉਹਨਾਂ ਦੇ ਹੱਥ ਦੇ ਵਿੱਚ ਹੈਗਾ। ਔਰ ਕਿੰਨੀਆਂ ਕੁ ਕੰਪਨੀਆਂ ਤੁਹਾਡੇ ਖਿਆਲ ਦੇ ਵਿੱਚ, ਜਿਵੇਂ ਇਹਨੂੰ ਕੰਟੀਨਿਊ ਕਰਨ, ਕਿੰਨੀਆਂ ਕੁ ਕੰਪਨੀਆਂ ਸਰਵਿਸ ਨੂੰ ਯੂਜ਼ ਕਰਦੀਆਂ? ਜਿੰਨੇ ਸਾਡੇ ਮਤਲਬ ਵੱਡੀਆਂ ਫਲੀਟਾਂ ਨੇ ਅਸੀਂ ਤਕਰੀਬਨ ਉਹਨਾਂ ਨੂੰ ਤਾਂ ਪ੍ਰੋਵਾਈਡ ਕਰਦੇ ਹੀ ਹਾਂ। ਮਤਲਬ ਸਾਲ ਦੇ ਵਿੱਚ 3 ਜਾਂ 4 ਵਾਰੀ ਵਲੰਟੀਅਰ ਬੇਸ ਤੇ ਉਹਨਾਂ ਨੂੰ ਕੈਬ ਰਿਪੋਰਟ ਦੀ ਕਾਪੀ ਅਸੀਂ ਮੁਹੱਈਆ ਕਰਾਉਂਦੇ ਹਾਂ, ਜਾਂ ਜਦੋਂ ਵੀ ਉਹਨਾਂ ਨੂੰ ਮਤਲਬ ਜ਼ਰੂਰਤ ਹੁੰਦੀ ਹੈ ਕੁਝ ਵੀ ਦੇਖਣਾ ਚਾਹਣ ਉਹ ਤਾਂ ਉਸ ਹਿਸਾਬ ਨਾਲ ਉਹਨਾਂ ਨੂੰ ਮੁਹੱਈਆ ਕਰਵਾ ਦਈਦੀ ਹੈ ਜੀ। ਤੇ ਇਹਦੇ 'ਚ ਨਾ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਕੈਬ ਰਿਪੋਰਟ ਇੰਨੀ ਇੰਟੈਂਸਿਵ ਹੁੰਦੀਆਂ ਨੇ, ਕਈ ਵਾਰੀ ਜਿਵੇਂ ਹੁਣ ਬੰਦੇ ਕੋਲ 10 ਟਰੱਕ ਨੇ, ਠੀਕ ਹੈ ਜੀ, ਤੇ ਉਹਦੇ 'ਚ ਅਸੀਂ ਦੇਖੀਦਾ ਵੀ ਕਈ ਵਾਰੀ 1 ਜਾਂ 2 ਟਰੱਕ ਹੀ ਉਹਦੀਆਂ ਸਾਰੀਆਂ ਟਿਕਟਾਂ ਲੈ ਰਹੇ ਨੇ, ਜਾਂ 1 ਜਾਂ 2 ਡਰਾਈਵਰ ਹੀ ਮੰਨ ਲਓ ਸਾਰੀ ਫਲੀਟ ਦੇ ਵਿੱਚ ਹੈ ਨਾ, ਜਿਹੜੀਆਂ ਮਤਲਬ ਟਿਕਟਾਂ ਲੈ ਰਹੇ ਨੇ, ਵਾਇਲੇਸ਼ਨਾਂ ਲੈ ਰਹੇ ਨੇ, ਜਿਨ੍ਹਾਂ ਕਰਕੇ ਉਹਦਾ ਸਕੋਰ ਉੱਤੇ ਜਾ ਰਿਹਾ ਜੀ, ਠੀਕ ਹੈ ਜੀ। ਤੇ ਕਈ ਵਾਰੀ ਆਪਾਂ ਐਜ਼ ਏ ਬਿਜ਼ਨਸ ਓਨਰ, ਐਜ਼ ਏ ਟਰੱਕਿੰਗ ਕੰਪਨੀ ਓਨਰ, ਆਪਾਂ ਨੂੰ ਪਤਾ ਨਹੀਂ ਲੱਗਦਾ, ਆਪਾਂ ਸੋਚੀ ਜਾਂਦੇ ਵੀ ਸਾਰੇ ਹੀ ਕਰੀ ਜਾਂਦੇ ਆ। ਕਈ ਵਾਰੀ ਜਗਦੀਪ ਭਾਈ ਪਤਾ ਵੀ ਹੁੰਦਾ ਉਹ ਰਿਸ਼ਤੇਦਾਰ ਹੁੰਦੇ ਆ ਨਾ, ਉਹਨਾਂ ਨੂੰ ਕੱਢ ਨਹੀਂ ਸਕਦੇ। ਇਹ ਤਾਂ ਸਭ ਤੋਂ ਵੱਡੀ, ਹਾਂਜੀ ਸਹੀ ਗੱਲ ਹੈ। ਪਰ ਇਹ ਫਿਰ ਤੁਸੀਂ ਇੱਥੇ ਇਹ ਦੇਖਣਾ ਵੀ ਤੁਸੀਂ ਕੰਪਨੀ ਚਲਾਉਣੀ ਹੈ ਜਾਂ ਰਿਸ਼ਤੇਦਾਰ ਚਲਾਉਣਾ। ਨਹੀਂ, ਇਹ ਬਿਲਕੁਲ ਚੀਜ਼ਾਂ ਹੈਗੀਆਂ। ਪਰ ਕਈ ਵਾਰੀ ਡਰਾਈਵਰ ਨੂੰ ਛੱਡ ਦਿਓ, ਕਈ ਵਾਰੀ ਟਰੱਕ ਵੀ ਪਰੇਸ਼ਾਨ ਕਰ ਰਿਹਾ ਹੁੰਦਾ, ਇੱਕੋ ਟਰੱਕ ਪਰੇਸ਼ਾਨ ਕਰ ਰਿਹਾ ਹੁੰਦਾ, ਉਹਨੂੰ ਵੀ ਧਿਆਨ ਦੇਣ ਦੀ ਲੋੜ ਆ, ਉਹ ਤਾਂ ਰਿਸ਼ਤੇਦਾਰ ਨਹੀਂ ਨਾ ਹੈਗਾ। ਬਿਲਕੁਲ ਜੀ, ਹਾਂਜੀ। ਟਰੱਕ ਜਿਵੇਂ ਕਈ ਵਾਰੀ ਇੱਕੋ ਹੀ ਟਰੱਕ ਉਹਦੀਆਂ ਕਦੇ ਕਿਤੇ ਖਰਾਬ ਹੋ ਗਿਆ, ਕਦੇ ਕਿਤੇ ਖਰਾਬ, ਕਦੇ ਕੋਈ ਉਹਦੀ ਪ੍ਰੋਬਲਮ ਨਿਕਲ ਆਈ, ਕਦੇ ਆਊਟ ਆਫ ਸਰਵਿਸ ਬਹੁਤ ਹੁੰਦਾ, ਹਾਂਜੀ, ਉਹਦੇ ਕਰਕੇ ਆਊਟ ਆਫ ਸਰਵਿਸ ਹੈ ਨਾ। ਤੇ ਇੱਕ ਨਾ ਮੈਂ ਇੱਥੇ ਸਾਰਿਆਂ ਨੂੰ ਇਹ ਵੀ ਕਹੂੰਗਾ ਵੀ ਜਦੋਂ ਕਿਤੇ ਕੋਈ ਟਰੱਕ ਖਰਾਬ ਹੁੰਦਾ ਨਾ ਤਾਂ ਕੁਇਕਲੀ ਕੋਈ ਨਾ ਕੋਈ ਆਪਦੀ ਟੋ ਕੰਪਨੀ ਖੁਦ ਬੁਲਾ ਕੇ ਆਪਦਾ ਟਰੱਕ ਉੱਥੋਂ ਤੁਸੀਂ ਜਾਂ ਟੋ ਕਰਾਉਣ ਦੀ ਕੋਸ਼ਿਸ਼ ਕਰਿਆ ਕਰੋ, ਜਾਂ ਰਿਪੇਅਰ ਕਰਾਉਣ ਦੀ ਕੋਸ਼ਿਸ਼ ਕਰਿਆ ਕਰੋ। ਕਿਉਂਕਿ ਜਦੋਂ ਨਾ ਪੁਲਿਸ ਵਾਲੇ ਆ ਕੇ ਜਾਂ ਹਾਈਵੇ ਪੈਟਰੋਲ ਵਾਲੇ ਆ ਕੇ ਤੁਹਾਡਾ ਟਰੱਕ ਟੋ ਕਰਾਉਂਦੇ ਨੇ, ਉਦੋਂ ਉਹ ਤੁਹਾਡੇ ਮਤਲਬ ਬਹੁਤ ਵੱਡੀ ਹਿੱਟ ਕਰਦਾ FMCSA ਦਾ ਸਕੋਰ ਇੱਕਦਮ ਹੀ ਉੱਤੇ ਚਲਿਆ ਜਾਂਦਾ ਉਹਦੇ ਨਾਲ। ਸੋ ਇਹ ਬਹੁਤ ਵੱਡਾ ਜਿਹੜਾ ਇੱਕ ਰੀਜ਼ਨ ਹੈਗਾ ਮੇਰੇ ਖਿਆਲ ਦੇ ਵਿੱਚ, ਤੁਹਾਨੂੰ ਜਿਹੜੀ ਇਹ ਜ਼ਰੂਰ ਜਿੰਨੇ ਵੀ ਸੁਣਨ ਵਾਲੇ ਹੈਗੇ ਉਹਨਾਂ ਨੂੰ ਇਹ ਕਰਨਾ ਚਾਹੀਦਾ। ਔਰ ਕਈ ਵਾਰੀ ਇਹ ਵੀ ਸਿਚੁਏਸ਼ਨ ਹੋ ਜਾਂਦੀ ਆ ਕਿ ਜਦੋਂ ਤੁਹਾਡਾ ਟੋ ਟਰੱਕ ਆ, ਉਹ ਜਦੋਂ ਕੋਈ ਜਿਹੜੀ ਸਟੇਟ ਪੁਲਿਸ ਹੈ ਜਾਂ ਉਹ ਬੁਲਾ ਕੇ ਦਿੰਦੀ ਹੈ, ਅਤੇ ਉਹ ਟੋ ਵਾਲੇ ਵੀ ਬਿੱਲ ਬਹੁਤ ਜ਼ਿਆਦਾ ਚਾਰਜ ਕਰਦੇ, ਕਿਉਂਕਿ ਉਹਨਾਂ ਦੇ ਨਾਲ ਜਿੱਦਾਂ ਦੇ ਉਹਨਾਂ ਦੇ ਰਿਲੇਸ਼ਨਸ਼ਿਪ ਅੱਜ ਕੱਲ੍ਹ ਉਗੜ ਕੇ ਸਾਹਮਣੇ ਆ ਰਹੇ ਆ, ਮੇਰੇ ਖਿਆਲ ਕਾਫੀ ਉਹ ਵੀ ਸ਼ੱਕ ਦੇ ਦਾਇਰੇ 'ਚ ਆਉਂਦੇ ਆ। ਅਤੇ ਇੱਥੇ ਜਗਦੀਪ ਭਾਜੀ ਆਪਾਂ ਇਹ ਵੀ ਕਹਾਂ ਕਿ ਨਾਪਟਾ ਦਾ ਮੈਂਬਰ ਬਣਨ ਦੇ ਉੱਤੇ ਤੁਸੀਂ ਜੇ ਮਿਸ਼ਲਨ ਦਾ ਅਕਾਊਂਟ ਲੈਂਦੇ ਹੈਗੇ ਅਤੇ ਉਹਦੇ ਵਿੱਚ ਆਪਣੀ ਜਿਹੜੀ ਰੋਡ ਸਰਵਿਸ ਆ ਉਹ ਮਿਸ਼ਲਨ ਵੱਲੋਂ ਤੁਸੀਂ ਆਪਣੀ ਟੋ ਸਰਵਿਸ ਜਿਹੜੀ ਆ ਉਹ ਕਾਲ ਇਨ ਕਰ ਸਕਦੇ ਆ ਇੱਕੋ ਨੰਬਰ 'ਤੇ। ਸੋ ਬਿਲਕੁਲ ਬਹੁਤ ਵਧੀਆ ਪੁਆਇੰਟ ਹੈਗਾ ਕਿ ਬਿਫੋਰ ਤੁਹਾਡਾ ਟਰੱਕ ਜੈਨੂਅਨਲੀ ਸੜਕ 'ਤੇ ਖਰਾਬ ਹੋਇਆ, ਉਹਨੂੰ ਜਿੰਨੀ ਜਲਦੀ ਹੋ ਸਕਦਾ ਟੋ ਕਰਵਾ ਕੇ ਅਤੇ ਉਹਨੂੰ ਆਪਣੇ ਜਿਹੜਾ ਟਰੱਕ ਸਟਾਪ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਸੀਂ ਪੁਲਿਸ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਤੁਹਾਡਾ ਉਹ ਜਿਹੜਾ ਤੁਹਾਨੂੰ ਹਿੱਟ ਨਾ ਕਰੇ। ਸੋ ਇਸ ਤੋਂ ਅੱਗੇ ਜਗਦੀਪ ਭਾਜੀ ਆਪਾਂ ਗੱਲ ਕਰੀਏ ਤੇ ਜੇ ਆਪਾਂ ਕਹਿੰਦੇ ਹੁਣ ਆਪਾਂ ਆ ਗਏ ਕੈਬ ਰਿਪੋਰਟ 'ਤੇ। ਹੁਣ ਕੈਬ ਰਿਪੋਰਟ 'ਤੇ ਆਪਾਂ ਦੇਖ ਲਿਆ ਕਿ ਆਪਣੀ ਸਿਚੁਏਸ਼ਨ ਕੀ ਹੈਗੀ ਆ, ਆਪਾਂ ਕੈਬ ਰਿਪੋਰਟ ਨੂੰ ਸਮਝ ਕੇ ਉਹਦੇ ਹਿਸਾਬ ਦੇ ਨਾਲ ਆਪਣੇ ਜਿਹੜੇ ਉਹ ਸਿਚੁਏਸ਼ਨ ਜਿਹੜੀਆਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਸ਼ੁਰੂ ਕਰਤੀ।
ਹੋਰ ਜਿਹੜਾ ਅੱਜ ਦੀ ਤਰੀਕ 'ਚ ਮੇਜਰ ਇੱਕ ਸਟੈਪ ਹੈਗਾ ਜਿਹੜਾ ਹੋਰ ਤੁਹਾਨੂੰ ਲੱਗੇ ਕਿ ਉਹ ਕਰਨਾ ਬਹੁਤ ਜ਼ਰੂਰੀ ਹੈਗਾ, ਜਿਹਦੇ ਨਾਲ ਕਿ ਬਹੁਤ ਵੱਡੇ ਲੌਸੂਟ ਜਿਹੜੇ ਆ ਉਹ ਈਜ਼ੀਲੀ ਵਾਈਪ ਆਊਟ ਹੋ ਜਾਂਦੇ ਆ, ਬਚ ਜਾਂਦੀ ਟਰੱਕਿੰਗ ਕੰਪਨੀ? ਸਭ ਤੋਂ ਵੱਡਾ ਰਮਨ ਭਾਜੀ ਮੈਂ ਕਹੂੰਗਾ ਵੀ ਡੈਸ਼ ਕੈਮਸ ਹੈ ਨਾ, ਤੇ ਉਹ ਦੋਨੇ ਤਰਫ ਫੇਸਿੰਗ ਹੋਣ, ਹੈ ਨਾ, ਮਤਲਬ ਵੀ ਡਰਾਈਵਰ ਫੇਸਿੰਗ ਵੀ ਤੇ ਫਰੰਟ ਫੇਸਿੰਗ ਵੀ, ਹੈ ਨਾ। ਤੇ ਇਹ ਮਤਲਬ ਮੈਂ ਪਿਛਲੇ ਰੀਸੈਂਟ 6-7 ਕੇਸਾਂ ਦੇ ਵਿੱਚ ਪਿਛਲੇ ਸਾਲ ਦੀ ਗੱਲ ਕਰਦਾ ਤੁਹਾਨੂੰ ਜਾਣ ਦੀ, ਹੈ ਨਾ, ਵੀ ਜਿੱਥੇ ਅਸੀਂ 6-7 ਵੱਡੀਆਂ ਲਾਸੂਟਾਂ ਜਾਣ ਦੀ ਮਤਲਬ ਹੁਣੋਂ ਬਚਾਈਆਂ ਨੇ ਜੀ। ਹੁੰਦਾ ਕੀ ਹੈ ਨਾ, ਆਮ ਤੌਰ 'ਤੇ ਸਨੋਈ ਵੈਦਰ ਦੇ ਵਿੱਚ ਜਾਂ ਨਾਰਮਲ ਵੈਦਰ ਦੇ ਵਿੱਚ ਵੀ ਕੋਈ ਵੀ ਕਾਰ ਵਾਲਾ ਆ ਕੇ ਟਰੱਕ ਦੇ ਮੂਹਰੇ ਗੱਡੀ ਪਾ ਦਿੰਦਾ, ਠੀਕ ਹੈ ਜੀ, ਤੇ ਜਾਂ ਉਹ ਤੋਂ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਜਾਂ ਕੁਛ ਵੀ, ਹੈ ਨਾ, ਕਿਉਂਕਿ ਆਪਣਾ ਟਰੱਕਰ ਪਿੱਛੋਂ ਗੱਡੀ ਮਾਰ ਦਿੰਦਾ, ਫਿਰ ਉਸ ਚੱਕਰ ਦੇ ਵਿੱਚ ਆਬਵੀਅਸਲੀ ਪਿੱਛੋਂ ਲੱਗਣੀ ਆ, ਹਾਂਜੀ, ਤੇ ਉਹ ਕੋਈ ਪ੍ਰੂਫ ਨਹੀਂ ਹੁੰਦਾ ਉਹਦਾ, ਠੀਕ ਹੈ ਜੀ। ਤੇ ਉਹ ਮੋਸਟ ਆਫ ਦਾ ਟਾਈਮ ਟਰੱਕਿੰਗ ਕੰਪਨੀ ਐਂਡ ਅਪ ਲੂਜ਼ਿੰਗ ਇਨ ਦੈਟ ਕਾਈਂਡ ਆਫ ਕੇਸ, ਹੈ ਨਾ। ਤੇ ਉੱਥੇ ਵੱਡੇ ਇਹਨਾਂ ਨੂੰ ਪੇ ਆਊਟ ਦੇਣੇ ਪੈ ਜਾਂਦੇ ਆ, 5 ਲੱਖ ਦਾ, $1 ਮਿਲੀਅਨ ਦਾ ਪੇ ਆਊਟ, ਹੈ ਨਾ। ਤੇ 6-7 ਕੇਸ ਇਹੋ ਜਿਹੇ ਹੋਏ ਜਿੱਥੇ ਮਤਲਬ ਆਪਣੇ ਭਰਾਵਾਂ ਨੇ ਮਤਲਬ ਡੈਸ਼ ਕੈਮ ਲਾਏ ਸੀ, ਉਹਨਾਂ ਦੀ ਪ੍ਰੋਪਰ ਵਰਤੋਂ ਕਰਦੇ ਸੀ, ਤੇ ਉਹਦੇ 'ਚ ਕਲੀਅਰ ਇੰਡੀਕੇਸ਼ਨ ਸੀ ਵੀ ਉਹ ਕਾਰ ਖੁਦ ਕਿਤੇ ਹੋਰ ਵੱਜ ਕੇ ਪਹਿਲਾਂ ਜਾਂ ਆਊਟ ਆਫ ਕੰਟਰੋਲ ਹੋ ਕੇ ਟਰੱਕ ਦੇ ਮੂਹਰੇ ਆਈ, ਤੇ ਉਹ ਫਿਰ ਇਮੀਡੀਏਟਲੀ ਉੱਥੇ ਡਿਸਮਿਸਲ ਹੋ ਜਾਂਦਾ ਜੀ। ਸਹੀ। ਸੋ ਇਹ ਵੀ ਇੱਕ ਬਹੁਤ ਵਧੀਆ ਜਿਹੜਾ ਤਰੀਕਾ ਹੈਗਾ, ਉਹਦੇ ਨਾਲ ਦੇਖੋ ਤੁਹਾਡੀ ਵੀ ਸੇਫਟੀ ਆ, ਤੁਹਾਡੇ ਟਰੱਕ ਦੀ ਸੇਫਟੀ, ਤੁਹਾਡੀ ਕੰਪਨੀ ਦੀ ਸੇਫਟੀ, ਡਰਾਈਵਰ ਦੀ ਸੇਫਟੀ, ਹਰ ਕਿਸੇ ਬੰਦੇ ਦੀ ਸੇਫਟੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜੇ ਆਪਾਂ ਇਹ ਚੀਜ਼ ਕਰੀਏ, ਇਹਦੇ ਨਾਲ ਕਿੰਨੀ ਵੱਡੀ ਸੇਫਟੀ ਜਿਹੜੀ ਆ ਉਹ ਪ੍ਰੋਵਾਈਡ ਹੁੰਦੀ ਆ। ਔਰ ਕੈਮਰਾ ਜਿਹੜਾ ਹੈਗਾ ਉਹ ਦੋਨੋਂ ਸਾਈਡ ਫੇਸਿੰਗ ਤਾਂ ਕਿਹਾ ਜਾਂਦਾ ਆ ਤਾਂ ਕਿ ਕਈ ਵਾਰੀ ਜਿਹੜਾ ਕੰਪਨੀ ਦਾ ਕਸੂਰ ਵੀ ਨਹੀਂ ਹੁੰਦਾ, ਔਰ ਡਰਾਈਵਰ ਜਿਹੜਾ ਆ ਉਹ ਮੰਨ ਲਓ ਕਿ ਕੋਈ ਗਲਤੀ ਕਰ ਰਿਹਾ ਹੈਗਾ, ਜਾਂ ਉਹ ਫੋਨ ਹੱਥ ਦੇ ਵਿੱਚ ਹੈਗਾ, ਜਾਂ ਉਹ ਕੋਈ ਇੱਦਾਂ ਦਾ ਕੰਮ ਕਰ ਰਿਹਾ ਹੈਗਾ, ਤੇ ਡੈਫੀਨੇਟਲੀ ਉਹ ਵੀ ਜਿਹੜਾ ਉੱਥੇ ਵੀ ਕੰਪਨੀ ਜਿਹੜੀ ਆ ਉਹ ਇਸ ਕਲੀਨ ਇਹਦੇ ਵਿੱਚੋਂ ਬਾਹਰ ਨਿਕਲ ਸਕਦੀ ਹੈ। ਅੱਜ ਕੱਲ੍ਹ ਨਾ ਸਭ ਤੋਂ ਵੱਡੀ ਰਮਨ ਭਾਜੀ ਇੱਕ ਮੈਂ ਸਾਰੀਆਂ ਟਰੱਕਿੰਗ ਕੰਪਨੀ ਨੂੰ ਦੱਸਣਾ ਚਾਹੂੰਗਾ, ਤੇ ਆਪਣੇ ਡਰਾਈਵਰ ਵੀਰਾਂ ਨੂੰ ਵੀ, ਮਤਲਬ ਜਿਹੜੀ ਨਾ ਟਰੱਕ ਦੇ ਉੱਤੇ ਫੋਨ ਯੂਜ਼ ਕਰਨ ਦੀ ਟਿਕਟ ਮਿਲਦੀ ਹੈ ਨਾ ਤੁਹਾਡੀ ਜੀ, ਉਹ FMCSA ਦੇ ਤੁਹਾਨੂੰ ਇਕੁਇਵਲੈਂਟ ਟੂ DUI ਹਿੱਟ ਕਰਦੀ, ਠੀਕ ਹੈ ਜੀ। ਉਹਦੇ 10 ਪੁਆਇੰਟ ਉਹਨੂੰ ਮੇਜਰ ਵਾਇਲੇਸ਼ਨ ਦੇ ਤੌਰ ਤੇ FMCSA ਹੈ ਜਿਹੜੀ ਉਹ ਤੁਹਾਡੇ ਕੱਟਦੀ ਹੈ, ਜਾਂ ਮਤਲਬ 10 ਪੁਆਇੰਟਾਂ ਦੀ ਉਹ ਟਿਕਟ ਹੁੰਦੀ ਹੈ। ਤੇ ਨਾਲ ਦੀ ਨਾਲ ਮੈਂ ਹੁਣ ਪਿੱਛੇ ਜੇ ਮਤਲਬ 2-3 ਕੇਸ ਤਾਂ ਐਸੇ ਸਾਲ ਹੀ 2021 ਦੇ ਵਿੱਚ ਹੀ ਹੋਏ ਨੇ, ਜਿੱਥੇ ਮਤਲਬ ਨਾ ਜੇ ਮਤਲਬ ਸਾਹਮਣੇ ਵਾਲੇ ਦੇ ਇੰਜਰੀ ਸੀਵੀਅਰ ਹੋ ਜਾਂਦੀ ਹੈ ਜਾਂ ਡੈਥ ਹੋ ਜਾਂਦੀ ਹੈ ਕੇਸ ਜਿਹਦੇ 'ਚ ਟਰੱਕ ਲੱਗਦਾ, ਤੇ ਉਹ ਫਾਈਂਡ ਆਊਟ ਕਰ ਲੈਂਦੇ ਨੇ ਵੀ ਜਿਹੜਾ ਡਰਾਈਵਰ ਆ ਉਹ ਮਤਲਬ ਫੋਨ ਤੇ ਸੀ, ਠੀਕ ਹੈ ਜੀ। ਉਹ ਫੋਨ ਕੰਪਨੀ ਤੋਂ ਡਾਟਾ ਮਿਲ ਜਾਂਦਾ ਸਾਰਾ 100%, ਤੇ ਫਿਰ ਡਰਾਈਵਰ ਨੂੰ ਉਸ ਕੇਸ 'ਚ ਸਜ਼ਾ ਹੁੰਦੀ ਹੈ। ਤੇ ਠੀਕ ਹੈ ਜੀ, ਮਤਲਬ ਓਵਰਆਲ ਜਾਣ ਦੀ 2-3 ਤਾਂ ਮੈਂ ਐਸੇ ਸਾਲ 'ਚ ਹੀ ਦੇਖ ਚੁੱਕਿਆ ਆਪਣੇ, ਜਿਹੜੇ ਮਤਲਬ ਸਜ਼ਾ ਕੁਡ ਵੀ ਐਨੀਵੇਅਰ ਬਿਟਵੀਨ 2 ਸਾਲ ਤੋਂ ਲੈ ਕੇ 20 ਸਾਲ ਤੱਕ ਦੀ, 25 ਸਾਲ ਤੱਕ ਦੀ, ਹੈ ਨਾ, ਡਿਪੈਂਡਿੰਗ ਔਨ ਕਿ ਨੁਕਸਾਨ ਕੀ ਕੀਤਾ, ਕਿੰਨੀ ਕੁ ਸਵੇਅਰ ਸੀਗਾ ਐਕਸੀਡੈਂਟ, ਕਿੰਨੀ ਕੁ ਅਗਲੇ ਦੇ ਸੱਟ ਲੱਗੀ ਹੈ ਜੀ, ਸੱਟ ਲੱਗੀ ਹੈ, ਡੈਥ ਹੋਈ ਹੈ। ਬਿਲਕੁਲ। ਸੋ ਇਹ ਜਿਹੜੀ ਚੀਜ਼ ਆ ਇਹ ਬੜੀ ਇੰਪੋਰਟੈਂਟ ਹੈਗੀ ਆ ਕਿ ਤੁਸੀਂ ਜਦੋਂ, ਕਿਉਂਕਿ ਫੋਨ ਦਾ ਜਿਹੜਾ ਡਾਟਾ ਹੈ ਨਾ, ਜੇ ਤੁਸੀਂ ਕਹੋ ਨਾ ਮੈਂ ਫੋਨ ਬੰਦ ਕਰਕੇ ਰੱਖਤਾ, ਨਹੀਂ ਪਤਾ ਲੱਗਣਾ, ਫੋਨ ਦਾ ਡਾਟਾ ਤਾਂ 1 ਸੈਕਿੰਡ ਦਾ ਪਤਾ ਲੱਗ ਜਾਂਦਾ। ਬਿਲਕੁਲ ਜੀ। ਤੁਸੀਂ YouTube ਵੀਡੀਓ ਤੁਸੀਂ ਕਹੋ ਵੀ ਮੈਂ ਸਾਈਡ ਤੇ ਲਾ ਕੇ ਰੱਖਤਾ ਸੀ, ਹੈ ਨਾ, ਪਰ ਉਸ ਟਾਈਮ ਤੇ ਉਹ ਚੱਲਦਾ ਸ਼ੋਅ ਹੋਣਾ ਵਾ ਡਾਟਾ ਜੀ, ਕਿਉਂਕਿ ਉਹਨਾਂ ਨੇ ਉਸ ਕੰਪਨੀ ਤੋਂ ਉਸ ਟਾਈਮ ਮੰਗਣਾ ਵੀ ਵਾਜ਼ ਯੂਜ਼ਿੰਗ ਇੰਟਰਨੈਟ, ਉਸ ਟਾਈਮ ਯੂਜ਼ ਕਰ ਰਿਹਾ ਸੀ, ਜੇ ਨਹੀਂ ਉੱਥੇ ਉਹ ਸ਼ੋਅ ਆਉਣਾ ਵਾ ਵੀ ਹਾਂ ਇਹ ਯੂਜ਼ ਕਰ ਰਿਹਾ ਸੀ ਤੇ ਆਹ ਚੀਜ਼ ਦੇਖ ਰਿਹਾ ਸੀ ਜੀ। ਈਵਨ ਕੰਟੈਂਟ ਵੀ ਦੱਸ ਦਿੰਦੀਆਂ ਨੇ ਅੱਜ ਕੱਲ੍ਹ ਵੀ ਕੀ ਦੇਖਿਆ ਜਾ ਰਿਹਾ ਸੀ, ਕੀ ਨਹੀਂ, ਹੈ ਨਾ। ਮੇਰੇ ਖਿਆਲ ਕੱਲ੍ਹ ਪਰਸੋਂ ਹੀ ਇੱਕ WhatsApp ਗਰੁੱਪ ਦੇ ਵਿੱਚ ਇੱਕ ਵੀਡੀਓ ਤੁਰੀ ਫਿਰ ਰਹੀ ਸੀਗੀ ਕਿ ਜਿੱਥੇ ਬੰਦੇ ਨੇ ਬੜਾ ਵਧੀਆ ਉਹ ਡੱਬਾ ਬਣਾ ਕੇ 4 ਚੁਫੇਰੇ ਉਹਦੇ ਲਾ ਕੇ ਤੇ TV ਬਣਾ ਕੇ ਇੱਕ ਹਿਸਾਬ ਦਾ ਉਹਦੇ ਰੱਖਿਆ ਸੀਗਾ, ਤੇ ਉਹ ਮਤਲਬ ਕਿ ਇੱਥੋਂ ਤੱਕ ਬੇਵਕੂਫੀ ਕਰ ਗਿਆ ਵੀ ਉਹ ਗਿਲਰੋਏ ਸਕੇਲ ਦੇ ਉੱਤੇ ਚਲਾ ਗਿਆ ਅੰਦਰ ਇਨਸਪੈਕਸ਼ਨ, ਤੇ ਉਦੋਂ ਵੀ ਉਹਦਾ TV ਚੱਲ ਰਿਹਾ ਸੀ। ਉਹਨੂੰ ਕਾਫੀ ਮਤਲਬ ਹਿੱਟ ਆਨ ਹੋਇਆ ਉਹਨੂੰ। ਇਹ ਕੀ ਤੁਸੀਂ ਮਤਲਬ ਦੇਖ ਲਓ ਆਪਾਂ ਕਿੰਨੀਆਂ ਲਾਈਫਾਂ ਮਤਲਬ ਜ਼ਿੰਦਗੀਆਂ ਆਪਾਂ ਰਿਸਕ ਦੇ ਵਿੱਚ ਪਾਉਂਦੇ ਹਾਂ ਜਦੋਂ ਆਪਾਂ ਵੀਡੀਓ ਦੇਖਦੇ ਹੋਏ ਟਰੱਕ ਚਲਾਉਂਦੇ ਹਾਂ, ਤੇ ਸਮਝ ਲਓ ਸਾਹਮਣੇ ਕਿਸੇ ਦੀ ਫੈਮਿਲੀ ਖਤਮ ਹੋ ਜਾਂਦੀ ਹੈ, 4-5 ਬੰਦੇ ਇੱਕ ਕਾਰ ਦੇ ਵਿੱਚ ਮਾਰੇ ਜਾਣ, ਤਾਂ ਮੇਰੇ ਹਿਸਾਬ ਨਾਲ ਮਤਲਬ ਨਾਰਮਲ ਬੰਦੇ ਨੂੰ ਸਾਰੀ ਜ਼ਿੰਦਗੀ ਨੀਂਦ ਨਹੀਂ ਆ ਸਕਦੀ ਮੁੜ ਕੇ। ਬਿਲਕੁਲ। ਹਾਂਜੀ। ਤੇ ਜਗਦੀਪ ਭਾਜੀ ਇਹ ਜਿਹੜਾ ਮਸਲਾ ਹੈਗਾ, ਇਹ ਜਿਹੜੀ ਇੰਸ਼ੋਰੈਂਸ ਦਾ ਮੁੱਦਾ ਹੈਗਾ, ਮੇਰੇ ਖਿਆਲ ਆਪਾਂ ਸ਼ਾਇਦ ਇੱਥੇ 10 ਪ੍ਰੋਗਰਾਮ ਵੀ ਕਰ ਦਈਏ ਤੇ ਸ਼ਾਇਦ ਆਪਾਂ ਪੂਰੇ ਨਾ ਕਰ ਸਕੀਏ, ਐਂਡਲੈਸ ਹੈਗਾ। ਤੇ ਆਪਾਂ ਇਹ ਜਿਹੜੀ ਸੀਰੀਜ਼ ਆ ਨਾ, ਇਹਨੂੰ ਇੱਦਾਂ ਹੀ ਚੱਲਦਾ ਰੱਖਣਾ ਹੈ, ਇੱਦਾਂ ਹੀ ਆਪਾਂ ਟਾਈਮ ਟੂ ਟਾਈਮ ਜਿਹੜਾ ਚਾਹੇ ਆਪਾਂ ਵੀਕਲੀ ਜਾਂ ਬਾਈ ਵੀਕਲੀ ਜਾਂ ਮੰਥਲੀ ਕੁਛ ਵੀ ਆਪਾਂ ਕਰੀਏ, ਆਪਾਂ ਜਿੰਨੇ ਵੱਧ ਤੋਂ ਵੱਧ ਇੰਸ਼ੋਰੈਂਸ ਦੇ ਉੱਤੇ ਗੱਲ ਕਰਨੀ ਆ ਉਹ ਆਪਾਂ ਕਰਾਂਗੇ। ਤੇ ਤੁਹਾਡਾ ਅੱਜ ਸਾਡੇ ਸਟੂਡੀਓ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਨਾਲ ਜਲਦੀ ਹੀ ਕਰਾਂਗੇ। ਫਿਰ ਸ਼ੁਕਰੀਆ ਰਮਨ ਭਾਜੀ, ਬਹੁਤ ਵਧੀਆ ਲੱਗਿਆ ਸਾਰੇ ਸਰੋਤਿਆਂ ਦੇ ਨਾਲ ਗੱਲ ਕਰਕੇ ਤੇ ਤੁਹਾਡੇ ਨਾਲ ਵੀ ਗੱਲ ਕਰਕੇ ਜੀ। ਬਿਲਕੁਲ। ਤੇ ਇੱਕ ਆਪਣਾ ਫੋਨ ਨੰਬਰ ਜ਼ਰੂਰ ਦੱਸਿਓ। ਸ਼ੋਰ। ਸਾਡੀ ਜੀ ਏਜੰਸੀ ਦਾ ਨਾਮ JS ਟਰੱਕ ਇੰਸ਼ੋਰੈਂਸ ਏਜੰਸੀ, ਤੇ ਫੋਨ ਨੰਬਰ 5592775580। ਬਿਲਕੁਲ ਜੀ। ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹ ਹਦਾਇਤ ਆ ਕਿ ਬਿਲਕੁਲ
ਧਿਆਨ ਦੇ ਨਾਲ ਡਰਾਈਵ ਕਰੋ, ਬਿਲਕੁਲ ਸੇਫਟੀ ਰੱਖੋ ਆਪਣੀ। ਕੋਈ ਵੀ ਐਸਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿੰਨਾ ਕਿ ਤੁਹਾਡੀ ਲਾਈਫ ਨੂੰ ਤੇ ਦੂਜਿਆਂ ਨੂੰ ਜਿਹੜੇ ਸੜਕ ਤੇ ਚੱਲਦੇ ਉਹਨਾਂ ਦੀ ਲਾਈਫ ਨੂੰ ਕੋਈ ਖਤਰਾ ਹੋਵੇ। ਪਲੀਜ਼ ਆਪਣੇ ਆਪ ਨੂੰ ਸੇਫ ਰੱਖੋ ਤੇ ਸੇਫਟੀ ਦੇ ਨਾਲ ਆਪਣੇ ਘਰ ਵਾਪਸ ਆਓ। ਤੇ ਜ਼ਰੂਰ ਇਸ ਪੋਡਕਾਸਟ ਨੂੰ ਤੁਸੀਂ ਆਪਣੇ ਜਿਹੜੇ ਲਵਡ ਵਨਸ ਹੈਗੇ ਉਹਨਾਂ ਨਾਲ ਸ਼ੇਅਰ ਕਰਿਓ, ਜਿਹੜੇ ਵੀ ਤੁਹਾਡੇ ਫਰੈਂਡਸ ਐਂਡ ਫੈਮਿਲੀ ਹੈਗੇ ਉਹਨਾਂ ਨਾਲ ਸ਼ੇਅਰ ਕਰਿਓ। ਤੇ ਆਉਣ ਵਾਲੇ ਪ੍ਰੋਗਰਾਮ ਤੱਕ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕੋਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 2092520070 ਤੇ ਕਾਲ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ।